सारे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਲਾਈਵ ਤੁਹਾਡੇ ਨਾਲ ਇਸ ਸ਼ਾਮ ਦਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪਿਛਲੇ ਹਫਤੇ ਡੇਢ ਹਫਤੇ ਤੋਂ ਤੁਹਾਡੇ ਨਾਲ ਯੂਬਾ ਸਿਟੀ ਨਗਰ ਕੀਰਤਨ ਦੇ ਨਾਲ ਜੁੜੀ ਹੋਈ ਮੁੱਦਿਆਂ ਨੂੰ ਕਵਰ ਕਰ ਰਹੇ ਹਾਂ। ਬਟ ਟੁਡੇ ਵੀ ਆਰ ਬੈਕ ਟੂ ਬਿਜ਼ਨਸ। ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਇੱਥੇ ਦੇ ਪੋਲੀਟੀਕਲ ਸਬਜੈਕਟਸ ਹਨ, ਸਟੋਰੀਜ਼ ਹਨ, ਉਹਨਾਂ ਨੂੰ ਕਵਰ ਕੀਤਾ ਜਾਏ ਵਿਥ ਦ ਸਿੰਪਲ ਗੋਲ ਬੀਇੰਗ ਕਿ ਜੋ ਸਾਡੀ ਇੱਥੇ ਵਸਦੇ ਹੋਏ ਕਮਿਊਨਿਟੀ ਮੈਂਬਰਸ ਹਨ, ਭਾਵੇਂ ਉਹ ਫਰਸਟ ਜਨਰੇਸ਼ਨ ਇਮੀਗ੍ਰੈਂਟਸ, ਸਾਡੇ ਬਜ਼ੁਰਗ, ਸਾਡੇ ਜੋ ਮਾਂ ਪਿਓ ਹਨ ਜੋ ਪਹਿਲੇ ਇੱਥੇ ਇਮੀਗ੍ਰੇਟ ਹੋਏ, ਜਾਂ ਗਾਂ ਅਗਲੀ ਜਨਰੇਸ਼ਨ ਸੈਕਿੰਡ ਥਰਡ ਜਨਰੇਸ਼ਨ ਜੋ ਇੱਥੇ ਪਲੀ ਬੜੀ ਹੈਗੀ, ਜੋ ਇੱਥੇ ਵਸਦੀ ਹੈ, ਜਿਨ੍ਹਾਂ ਨੇ ਗਾਂ ਆਪਣੇ ਪਰਿਵਾਰਾਂ ਨੂੰ ਇੱਥੇ ਸੈਟਲ ਕਰਨਾ ਹੈ, ਉਹਨਾਂ ਨੂੰ ਇੱਥੇ ਦੀ ਪੋਲੀਟੀਕਲ ਸਿਸਟਮ ਦੀ ਪੂਰੀ ਜਾਣਕਾਰੀ ਹੋਏ। ਨਾ ਕਿ ਸਿਰਫ ਜਾਣਕਾਰੀ, ਅਵੇਅਰਨੈਸ, ਐਜੂਕੇਸ਼ਨ ਹੋਏ, ਬਟ ਕਿਸ ਤਰ੍ਹਾਂ ਉਸ ਪੋਲੀਟੀਕਲ ਸਿਸਟਮ ਨੂੰ ਅਸੀਂ ਆਪਣੀ ਕਮਿਊਨਿਟੀ ਦੇ ਹੱਕਾਂ ਨੂੰ ਹੋਰ ਵਧਾਉਣ ਲਈ, ਕਮਿਊਨਿਟੀ ਦੇ ਹੋਰ ਤਰੱਕੀ ਲਈ ਯੂਟੀਲਾਈਜ਼ ਕਰ ਸਕਦੇ ਹਾਂ, ਉਹਦੇ ਵਿੱਚ ਹਿੱਸਾ ਲੈ ਸਕਦੇ ਹਾਂ। ਸੋ ਆਫ ਕੋਰਸ ਪਿਛਲੇ ਹਫ਼ਤੇ ਇੱਕ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਸੀਗਾ, ਉਹਦੇ ਬਾਰੇ ਤੁਹਾਨੂੰ ਲਗਾਤਾਰ ਕਵਰੇਜ ਅਸੀਂ ਉਸ ਤੋਂ ਪਹਿਲੇ ਪ੍ਰੋਵਾਈਡ ਕੀਤੀ, ਖਾਸ ਕਰਕੇ ਜਿੱਥੇ ਦੋ ਸਟੇਟਾਂ ਦੇ ਵਿੱਚ ਗਵਰਨਰ ਦੀ ਰੇਸ ਹੋਈ ਸੀ। ਗੁਬਰਨਟੋਰੀਅਲ ਇਲੈਕਸ਼ਨ ਸੀਗਾ ਨਿਊ ਜਰਸੀ ਐਂਡ ਵਰਜੀਨੀਆ। ਦੋਨੋਂ ਸਟੇਟਾਂ ਦੇ ਕੈਂਡੀਡੇਟਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕੀਤੀ। ਇਨਫੈਕਟ ਨਿਊ ਜਰਸੀ ਦੇ ਜੋ ਗਵਰਨਰ ਲਈ ਖੜੇ ਹੋਏ ਸੀ ਇਨਕੰਬੈਂਟ ਫਿਲ ਮਰਫੀ, ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਗੱਲ ਵੀ ਕੀਤੀ, ਕਿਸ ਤਰ੍ਹਾਂ ਉਹ ਨਿਊ ਜਰਸੀ ਦੇ ਗੁਰਦੁਆਰੇ ਪਹੁੰਚੇ ਆਪ ਦੀ ਅਖੀਰਲੀ ਇੰਟਰਫੇਥ ਵਿਜ਼ਿਟ ਲਈ, ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ। ਬਟ ਅੱਜ ਮੈਂ ਥੋੜੀ ਜੀ ਡਿਸਕਸ਼ਨ ਕਰਨਾ ਚਾਹੁੰਦੀ ਹਾਂ ਅਬਾਊਟ ਵਰਜੀਨੀਆ ਦੇ ਰੇਸ ਦੇ ਵਿੱਚ ਅਸੀਂ ਪ੍ਰੋਗਰਾਮ ਪੇਸ਼ ਕੀਤਾ ਸੀ ਤੁਹਾਡੇ ਨਾਲ, ਬਟ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਇਦ ਇੰਨੀ ਇੰਪੋਰਟੈਂਸ ਨਹੀਂ ਦਿੱਤੀ to the Republican candidate because until Tuesday, ਪਿਛਲੇ Tuesday ਤੱਕ ਇਹ ਲੋਕਾਂ ਦੀ ਸੋਚ ਸੀਗੀ largely ਕਿ ਜੋ ਇਨਕੰਬੈਂਟ ਵਰਜੀਨੀਆ ਵਿੱਚ ਹੈਗੇ ਦੀ ਡੈਮੋਕ੍ਰੈਟ Terry McAuliffe that he would win the race, but of course ਪਿਛਲੇ ਟਿਊਜ਼ਡੇ ਵਰਜੀਨੀਆ ਦੇ ਵਿੱਚ ਇੱਕ ਬਹੁਤ ਵੱਡਾ ਅਪਸੈਟ ਹੋਇਆ। ਅਪਸੈਟ ਇਨ ਦ ਸੈਂਸ ਦੈਟ ਟੈਰੀ ਮੈਕਆਲਿਫ ਜੋ ਕਿ ਡੈਮੋਕ੍ਰੈਟ ਹਨ, ਇੱਕ ਡੈਮੋਕ੍ਰੈਟ ਲੀਨਿੰਗ ਸਟੇਟ ਦੇ ਵਿੱਚ, ਜਿਨ੍ਹਾਂ ਦੇ ਪਿੱਛੇ ਪ੍ਰੈਜ਼ੀਡੈਂਟ ਬਾਈਡਨ, ਫਾਰਮਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੀ ਸਪੋਰਟ ਸੀਗੀ, ਜੋ ਆਪ ਜਾ ਕੇ ਵਰਜੀਨੀਆ ਉਹਨਾਂ ਲਈ ਕੈਂਪੇਨ ਕਰ ਰਹੇ ਸੀ। Terry McAuliffe lost, ਉਹ ਹਾਰ ਗਏ ਉਸ ਰੇਸ ਨੂੰ। ਇਨ ਫੈਕਟ ਜੋ ਸਟੇਟ ਵਰਜੀਨੀਆ ਪ੍ਰੈਜ਼ੀਡੈਂਟ ਬਾਈਡਨ ਨੇ 2020 ਦੇ ਫੈਡਰਲ ਇਲੈਕਸ਼ਨ ਦੇ ਵਿੱਚ 10 ਪੁਆਇੰਟਸ ਦੇ ਨਾਲ ਵਿਨ ਕੀਤੀ, ਕਾਫੀ ਵੱਡੀ ਲੀਡ ਦੇ ਨਾਲ ਜਿੱਤੇ ਸੀ ਉਹ ਵਰਜੀਨੀਆ ਦੇ ਵਿੱਚ, ਉਹੀ ਸਟੇਟ ਇੱਕ ਰਿਪਬਲਿਕਨ ਗਵਰਨਰਸ਼ਿਪ ਦੇ ਹੇਠ ਹੁਣ ਆ ਗਈ ਹੈ। ਸੋ ਇਸ ਰੇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਵਨਸ ਅਗੇਨ, ਜਿਸ ਤਰ੍ਹਾਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਪਿਛਲੇ ਹਫ਼ਤੇ ਦੀ ਜੋ ਇਹ ਦੋ ਰੇਸਿਸ ਸੀਗੀਆਂ, ਇੱਕ ਬਹੁਤ ਵੱਡਾ ਟੈਸਟ ਸੀਗੀਆਂ ਡੈਮੋਕ੍ਰੈਟ ਐਂਡ ਰਿਪਬਲਿਕਨ ਪਾਰਟੀ ਲਈ। ਅਗਲੇ ਸਾਲ ਦੇ ਜੋ ਮਿਡ ਟਰਮ ਇਲੈਕਸ਼ਨਸ ਹੋਣ ਜਾ ਰਹੇ, ਜੋ ਕਿ ਬਹੁਤ ਹੀ ਇੰਪੋਰਟੈਂਟ ਹਨ ਬੋਥ ਪਾਰਟੀਜ਼ ਲਈ, ਬਿਕੋਜ਼ ਇਸ ਵੇਲੇ ਡੈਮੋਕ੍ਰੈਟਿਕ ਪਾਰਟੀ ਹਾਊਸ, ਸੈਨੇਟ ਤੇ ਆਫ ਕੋਰਸ ਐਗਜ਼ੀਕਿਊਟਿਵ ਬ੍ਰਾਂਚ ਨੂੰ ਕੰਟਰੋਲ ਕਰਦੇ ਵਾਈਟ ਹਾਊਸ ਰਾਹੀਂ। ਸੋ ਅਗਲੇ ਸਾਲ ਦੇ ਜੋ ਮਿਡ ਟਰਮਸ ਹੋਣੇ ਇੱਕ ਬਹੁਤ ਵੱਡੀ ਓਪਰਚੁਨਿਟੀ ਪੇਸ਼ ਕਰ ਸਕਦੇ ਹਨ ਰਿਪਬਲਿਕਨਸ ਲਈ ਇਸ ਸੁਪਰ ਮੈਜੋਰਿਟੀ ਨੂੰ ਤੋੜਨ ਲਈ। ਐਂਡ ਇਹ ਜੋ ਵਰਜੀਨੀਆ ਦੀ ਰੇਸ ਸੀਗੀ, ਕਿਸੇ ਨਾ ਕਿਸੇ ਹੱਦ ਤੱਕ ਇੱਕ ਤੁਸੀਂ ਪ੍ਰੀਵਿਊ ਕਹਿ ਸਕਦੇ ਹੋ, ਇੱਕ ਪ੍ਰੀਵਿਊ ਦਿੰਦੀ ਹੈ ਕਿ ਕਿਸ ਤਰ੍ਹਾਂ ਅਗਲੇ ਸਾਲ ਦੇ ਮਿਡ ਟਰਮਸ ਦੇ ਵਿੱਚ ਸ਼ਾਇਦ ਡੈਮੋਕ੍ਰੈਟਸ ਦੀ ਇਹ ਜੋ ਸੁਪਰ ਮੈਜੋਰਿਟੀ ਹੈਗੀ ਇੰਨੀ ਸਟਰੋਂਗ ਨਹੀਂ ਹੈ। ਡੈਫੀਨਿਟਲੀ ਇਸ ਰੇਸ ਤੋਂ ਬਾਅਦ ਡੈਮੋਕ੍ਰੈਟਸ ਨੂੰ ਬਹੁਤ ਵੱਡਾ ਇੱਕ ਕੰਸਰਨ ਦਾ ਕਾਰਨ ਮਿਲ ਗਿਆ। ਕਈਆਂ ਨੇ ਜੋ ਐਕਸਪਰਟਸ ਹਨ ਜੋ ਇਸ ਵਰਜੀਨੀਆ ਦੀ ਰੇਸ ਨੂੰ ਹੁਣ ਡਾਇਸੈਕਟ ਕਰ ਰਹੇ, ਇਹ ਦੇਖ ਰਹੇ ਕਿ ਇਸ ਰੇਸ ਤੋਂ ਕੀ ਲੈਸਨਸ ਅਸੀਂ ਸਿੱਖ ਸਕਦੇ ਹਾਂ, ਕੀ ਪ੍ਰੈਡਿਕਸ਼ਨਸ ਤੁਸੀਂ ਅਗਲੇ ਸਾਲ ਲਈ ਰੱਖ ਸਕਦੇ ਹੋ। ਉਹਨਾਂ ਨੇ ਇਹ ਕਿਹਾ ਕਿ ਇਹ ਵਰਜੀਨੀਆ ਦੀ ਰੇਸ ਇੱਕ ਕਿਸਮ ਦੀ ਫੈਡਰਲ ਇਲੈਕਸ਼ਨ 2.0 ਸੀਗੀ, ਕਿ ਜਿੱਥੇ ਪਿਛਲੇ ਨਵੰਬਰ ਲੋਕਾਂ ਨੇ ਪ੍ਰੈਜ਼ੀਡੈਂਟ ਬਾਈਡਨ ਵਰਸਸ ਫਾਰਮਰ ਪ੍ਰੈਜ਼ੀਡੈਂਟ ਟਰੰਪ ਦੇ ਵਿੱਚ ਚੂਜ਼ ਕੀਤਾ, ਇਸ ਵਰਜੀਨੀਆ ਦੇ ਇਲੈਕਸ਼ਨ ਦੇ ਵਿੱਚ ਉਸੇ ਫੈਡਰਲ ਇਲੈਕਸ਼ਨ ਦਾ ਇੱਕ ਰਿਪੀਟ ਸੀਗਾ। ਐਂਡ ਐਤਕੀ ਵਰਜੀਨੀਆ ਦੇ ਵਿੱਚ ਰਿਪਬਲਿਕਨ ਕੈਂਡੀਡੇਟ ਸਕਸੈਸਫੁਲ ਹੋਏ। ਸੋ ਵੀ ਆਰ ਗੋਇੰ ਟੂ ਟਾਕ ਅ ਲਿਟਲ ਬਿਟ ਅਬਾਊਟ ਥੀਸ ਲੈਸਨਸ, ਰਾਈਟ? ਐਂਡ ਕਿੱਥੇ ਕਿਸੇ ਨਾ ਕਿਸੇ ਹੱਦ ਤੱਕ ਡੈਮੋਕ੍ਰੈਟਸ ਦੀ ਕਮੀਆਂ ਰਹਿ ਗਈ ਕਿ ਜਿਸ ਸਟੇਟ ਦੇ ਵਿੱਚ ਉਹਨਾਂ ਨੇ ਇੰਨੀ ਕੰਫਰਟੇਬਲੀ ਇੱਕ ਲੀਡ ਮੇਨਟੇਨ ਕੀਤੀ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ, ਜਿੱਥੇ ਇਹ ਮੰਨਿਆ ਜਾਂਦਾ ਸੀ ਕਿ ਡੈਮੋਕ੍ਰੈਟਸ ਕਾਫੀ ਆਸਾਨੀ ਦੇ ਨਾਲ ਇੱਕ ਵਾਰੀ ਫਿਰ ਇਸ ਰੇਸ ਦੇ ਵਿੱਚ ਵੀ
ਸਕਸੈਸਫੁਲ ਹੋਣਗੇ ਕਿ ਕੀ ਲੈਸਨਸ ਇਹ ਆਫਰ ਕਰਦੀ ਹੈ। ਬਟ ਮੋਸਟ ਇੰਪੋਰਟੈਂਟਲੀ ਆਈ ਥਿੰਕ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜੋ ਗਲੈਨ ਯੰਕਿਨ ਜੋ ਕਿ ਰਿਪਬਲਿਕਨ ਕੈਂਡੀਡੇਟ ਹਨ, ਵਿਨਰ ਆਫ ਦ ਗੁਬਰਨਟੋਰੀਅਲ ਰੇਸ ਇਨ ਵਰਜੀਨੀਆ, ਗਲੈਨ ਯੰਕਿਨ ਦੀ ਸਟ੍ਰੈਟਜੀ ਕੀ ਸੀਗੀ ਜਿਹਦੇ ਕਰਕੇ ਸ਼ਾਇਦ ਉਹਨਾਂ ਨੂੰ ਇਹ ਸਫਲਤਾ ਪ੍ਰਾਪਤ ਹੋਈ ਹੈ, ਜਿੱਤ ਪ੍ਰਾਪਤ ਹੋਈ ਹੈ ਕਿ ਗਲੈਨ ਯੰਕਿਨ ਨੇ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਦੀ ਮੈਸੇਜਿੰਗ ਨੂੰ ਅਪਣਾਇਆ ਐਂਡ ਕਿਸ ਹੱਦ ਤੱਕ ਉਸ ਮੈਸੇਜਿੰਗ ਨੂੰ ਇੱਕ ਨਵਾਂ ਰੂਪ ਦਿੱਤਾ, ਇੱਕ ਇਹੋ ਜਿਹਾ ਰੂਪ ਦਿੱਤਾ ਜਿਹਦੇ ਨਾਲ ਸ਼ਾਇਦ ਉਹ ਵੀ ਕੈਂਡੀਡੇਟਸ ਜੁੜੇ ਜੋ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਨਹੀਂ ਜੁੜੇ ਸੀ। ਇਨ ਫੈਕਟ ਇਸ ਰੇਸ ਦੇ ਵਿੱਚ ਕਾਫੀ ਡੇਟਾ ਇਹ ਵੀ ਦੱਸਦਾ ਹੈ ਕਿ ਜੋ ਵੋਟਰਸ ਵਰਜੀਨੀਆ ਦੇ ਵਿੱਚ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਬਾਈਡਨ ਲਈ ਪਿਛਲੇ ਨਵੰਬਰ ਵੋਟ ਕਾਸਟ ਕੀਤੀ ਸੀ, ਉਹੀ ਵੋਟਰਸ ਨੇ ਐਤਕੀ ਰਿਪਬਲਿਕਨ ਗਲੈਨ ਯੰਕਿਨ ਲਈ ਵੋਟ ਕਾਸਟ ਕੀਤੀ। So of course there's a lot to dissect here and once again is सारी रेस ਦੇ ਵਿੱਚ ਪੈਸੇ ਦਾ ਕੀ ਰੋਲ ਸੀਗਾ, the money, right? ਇੱਕ ਬਹੁਤ famous ਕਹਾਵਤ ਹੈਗੀ, you just always have to follow the money. So ਇਸ ਰੇਸ ਦੇ ਵਿੱਚ ਕਿੰਨਾ ਕੁ ਪੈਸਾ ਫੰਡ ਰੇਜ਼ਿੰਗ ਰਾਹੀਂ ਰੇਜ਼ ਹੋਇਆ ਐਂਡ ਕਿਸ ਤਰ੍ਹਾਂ ਇਸ ਪੈਸੇ ਨੂੰ ਇਸਤੇਮਾਲ ਕੀਤਾ ਗਿਆ for things like TV ads ਜੋ ਕਿ ਕੈਂਪੇਨ ਦੇ ਵਿੱਚ ਇਸ ਕੈਂਪੇਨ ਦੇ ਵਿੱਚ ਬਹੁਤ ਪ੍ਰਫੁੱਲਤ ਸੀਗੀਆਂ। ਸੋ ਇਨ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਰਜੀਨੀਆ ਤੋਂ ਦੋ ਰਿਪਬਲਿਕਨ ਸਟ੍ਰੈਟੇਜਿਸਟ, ਕਮੈਂਟੇਟਰਸ, ਵੋਟਰਸ ਸਾਨੂੰ ਜੁਆਇਨ ਕਰਨਗੇ। ਬਹੁਤ ਹੀ ਐਕਸਾਈਟਿੰਗ ਪ੍ਰੋਗਰਾਮ ਤੁਹਾਡੇ ਲੈ ਕੇ ਹਾਜ਼ਰ ਹੋਇਆ। ਵਾਂਸ ਅਗੇਨ ਮਾਈ ਫੇਵਰਿਟ ਟੌਪਿਕ, ਇੱਥੇ ਦੇ ਪੋਲੀਟੀਕਲ ਸਿਸਟਮ ਦੀ ਗੱਲ ਹੋ ਰਹੀ ਹੈ। ਲਾਈਵ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰਿਆ, ਜ਼ਰੂਰ ਤੁਸੀਂ ਵੀ ਕਾਲ ਕਰਕੇ ਆਪਦੇ ਵਿਚਾਰ ਐਂਡ ਕੁਐਸਚਨਸ ਸਾਡੇ ਨਾਲ ਸਾਂਝੇ ਕਰੋ ਬਿਕਾਜ਼ ਵਾਂਸ ਅਗੇਨ ਇਹ ਮੁੱਦਾ ਖਾਲੀ ਵਰਜੀਨੀਆ ਦਾ ਨਹੀਂ ਜਾਂ ਇੱਥੇ ਦੀ ਇੱਕ ਗਵਰਨਰ ਰੇਸ ਦਾ ਨਹੀਂ ਹੈਗਾ, ਇਹ ਪੂਰੇ ਅਮਰੀਕਾ ਦਾ ਮੁੱਦਾ ਹੈ ਬਿਕਾਜ਼ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਅਗਲੇ ਸਾਲ ਇੱਕ ਤੁਸੀਂ ਕਹਿ ਲਓ ਰੁੱਖ ਚੇਂਜ ਹੋਣ ਵਾਲੀ ਹੈ, ਡੈਮੋਕ੍ਰੈਟ ਵਰਸਸ ਰਿਪਬਲਿਕਨ ਦਾ ਮੁੱਦਾ ਹੈ। ਕਨਵਰਸੇਸ਼ਨ ਇਸ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਸਾਰੇ ਦਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਵਰਜੀਨੀਆ ਦੇ ਇੱਕ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਦੀ, ਇੱਕ ਬਹੁਤ ਹੀ ਵੱਡੀ ਅਪਸੈਟ ਵਰਜੀਨੀਆ ਸਟੇਟ ਦੇ ਗੁਬਰਨਟੋਰੀਅਲ ਇਲੈਕਸ਼ਨ ਦੇ ਵਿੱਚ ਪਿਛਲੇ ਹਫਤੇ ਪਾਈ ਗਈ। ਵਾਂਸ ਅਗੇਨ ਸਾਨੂੰ ਪਿਛਲੇ ਹਫਤੇ ਦਾ ਮੌਕਾ ਨਹੀਂ ਮਿਲਿਆ ਇਸ ਇਲੈਕਸ਼ਨ ਨੂੰ ਡਿਸਕਸ ਕਰਨ ਦਾ, ਬਟ ਇਹ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਹੈਗਾ ਨਾ ਕਿ ਸਿਰਫ ਵਰਜੀਨੀਆ ਲਈ ਇਸ ਵੇਲੇ ਬਟ ਅਗਲੇ ਸਾਲ ਦੇ ਮਿਡ ਟਰਮ ਇਲੈਕਸ਼ਨਸ ਦੇ। ਇਹ ਕੀ ਕੁਝ ਸਾਨੂੰ ਸਿਖਾ ਸਕਦਾ ਹੈ, ਕੀ ਅੰਦਾਜ਼ਾ ਦੇ ਸਕਦਾ ਹੈ ਸਾਨੂੰ ਕਿ ਕਿਸ ਤਰ੍ਹਾਂ ਰਿਪਬਲਿਕਨਸ ਵਰਸਸ ਡੈਮੋਕ੍ਰੈਟਸ ਦੀ ਵੱਖ-ਵੱਖ ਸਟ੍ਰੈਟੇਜੀਜ਼ ਕੰਮ ਕਰ ਰਹੀਆਂ ਤੇ ਕੀ ਸਟ੍ਰੈਟੇਜੀਜ਼ ਨਹੀਂ ਕੰਮ ਕਰ ਰਹੀਆਂ। ਜਿੱਥੇ ਵਰਜੀਨੀਆ ਦੀ ਗੱਲ ਆਉਂਦੀ ਹੈ ਆਫ ਕੋਰਸ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਕੁਝ ਪੁਰਾਣੇ ਕੁਝ ਨਵੇਂ ਗੈਸਟ ਜੁਆਇਨਿੰਗ ਅਸ ਫਰਮ ਵਰਜੀਨੀਆ। ਪਲੀਜ਼ ਮੇਰੇ ਨਾਲ ਰਲ ਕੇ ਇਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੋ। ਸਭ ਤੋਂ ਪਹਿਲੇ ਦਵਿੰਦਰ ਸਿੰਘ ਜੀ ਜੁਆਇਨ ਅਸ ਇਨ ਦ ਪ੍ਰੋਗਰਾਮ। ਸੋ ਗੁੱਡ ਟੂ ਹੈਵ ਯੂ ਦਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਐਂਡ ਅ ਨਿਊ ਫੇਸ ਜੋ ਸਾਡੇ ਨਾਲ ਅੱਜ ਜੁੜ ਰਿਹਾ ਹੈ ਪਹਿਲੀ ਵਾਰੀ ਇਸ ਪ੍ਰੋਗਰਾਮ ਦੇ ਵਿੱਚ, ਪਵਨ ਔਲਖ ਜੀ ਜੋ ਕਿ ਰਿਪਬਲਿਕਨ ਨੈਸ਼ਨਲ ਕਮੇਟੀ ਮੈਂਬਰ ਰਹਿ ਚੁੱਕੇ ਫਰਮ ਦੀ 11th ਡਿਸਟ੍ਰਿਕਟ ਇਨ ਵਰਜੀਨੀਆ। ਸਿੱਖੀ ਸਰੂਪ ਦੇ ਵਿੱਚ ਤੁਸੀਂ ਰਿਪਬਲਿਕਨ ਪਾਰਟੀ ਦੇ ਵਿੱਚ ਇੱਕ ਡੈਲੀਗੇਟ ਦੇ ਤੌਰ ਤੇ ਸਰਵ ਕੀਤੇ ਹੋ। ਦਿਸ ਇਜ਼ ਰੀਅਲੀ ਅ ਬਿਗ ਅਕੰਪਲਿਸ਼ਮੈਂਟ ਸਾਡੀ ਕਮਿਊਨਿਟੀ ਲਈ। ਵੈਲਕਮ ਟੂ ਦ ਪ੍ਰੋਗਰਾਮ ਪਵਨ ਜੀ। Ji, thank you so much for having me here tonight. So good to have you. We ਜਦੋਂ ਅਸੀਂ last time program ਕੀਤਾ ਸੀ ਵਰਜੀਨੀਆ ਦੀ ਰੇਸ ਤੇ we focused a little bit more on Terry McAuliffe ਜੋ ਕਿ ਇੱਕ ਕਿਸਮ ਦੇ ਫੇਵਰੇਟ ਸੀਗੇ। ਉਹਨਾਂ ਨੂੰ ਕਾਫੀ ਵੱਡੀ ਪੁਸ਼ ਮਿਲੀ ਸੀ from current President Biden as well as former President Barack Obama and at least Democratic side ਤੋਂ ਇਹ expected ਸੀਗੀ ਕਿ Terry McAuliffe win ਕਰਨਗੇ but of course there was a huge upset in Virginia and I want ਕਿ ਤੁਸੀਂ ਸਾਨੂੰ ਪਹਿਲੇ ਦੱਸੋ ਦਵਿੰਦਰ ਜੀ। I'll start with you. ਤੁਸੀਂ frequently ਸਾਡੇ ਨਾਲ ਜੁੜ ਕੇ ਰਿਪਬਲਿਕਨ ਸਟ੍ਰੈਟੇਜੀਜ਼ ਬਾਰੇ ਸਾਨੂੰ ਗਾਈਡ ਕਰਦੇ ਹੋ, ਇਨਫੋਰਮ ਕਰਦੇ ਹੋ। what in your opinion ਤੁਹਾਡੀ ਰਾਏ ਦੇ ਵਿੱਚ ਕੀ ਸਟ੍ਰੈਟੇਜੀ ਸੀਗੀ ਜਿਹਦੇ ਕਰਕੇ ਗਲੈਨ ਯੰਕਿਨ ਇਸ ਰੇਸ ਨੂੰ ਜਿੱਤੇ? ਦੇਖੋ ਜਿਹੜੀ ਗਲੈਨ ਯੰਕਿਨ ਦੀ ਜਿੱਤ ਹੈਗੀ ਆ ਉਹਦਾ ਕਾਰਨ ਇਹ ਸੀ ਵੀ ਉਹਨੇ ਸਟਾਰਟਿੰਗ ਤੋਂ ਜਿਹੜੀ ਕੰਪੇਨ ਹੈ ਉਹਨੂੰ ਇਸ਼ੂ ਬੇਸ ਰੱਖਿਆ ਤੇ ਦੂਸਰੇ ਪਾਸੇ ਡੈਮੋਕ੍ਰੇਟ ਦੇ ਕੋਲੇ ਜਿਹੜਾ ਸੀਗਾ ਉਹ ਸਿਰਫ ਇੱਕੋ ਇਸ਼ੂ ਸੀ, ਇਹਨੂੰ ਗਲੈਨ ਯੰਕਿਨ ਨੂੰ ਟਰੰਪ ਦੇ ਨਾਲ ਜੋੜ ਦਿਓ ਤੇ ਦੂਸਰਾ ਉਹਨਾਂ ਕੋਲੇ ਵੱਡਾ ਸਲੋਗਨ ਸੀ ਇਹਨੂੰ ਜੀ ਤੁਸੀਂ ਟੈਕਸਸ ਜਾਂ ਜਾਰਜੀਆ ਨਾ ਬਣਾਓ, ਵਰਜੀਨੀਆ ਨੂੰ ਵਰਜੀਨੀਆ ਰਹਿਣ ਦਿਓ। ਕਿਉਂਕਿ ਉਹਨਾਂ ਕੋਲੇ ਮੇਨ ਜਿਹੜਾ ਰੀਜ਼ਨ ਸੀ ਡੈਮੋਕ੍ਰੇਟ ਪਾਰਟੀ ਕੋਲੇ ਕੋਈ ਏਜੰਡਾ ਨਹੀਂ ਸੀ
ਤੇ ਉਹਨਾਂ ਕੋਲੇ ਸਿਰਫ ਕਿਉਂਕਿ ਉਹਨਾਂ ਨੇ 2017 2019 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਸੀ ਉਹ ਐਂਟੀ ਟਰੰਪ ਪ੍ਰੈਜ਼ੀਡੈਂਟ ਟਰੰਪ ਦੀ ਵੋਟ ਦੇ ਸਿਰ ਤੇ ਜਿੱਤੀਆਂ ਸੀ। ਸੋ ਇਸ ਕਰਕੇ ਤੇ ਦੂਸਰੀ ਜਿਹੜੀ ਇਹਦੀ ਸਟਰਕਚਰ ਸੀਗੀ, ਇਹ ਪਹਿਲੀ ਵਾਰੀ ਕੈਂਡੀਡੇਟ ਸੀ, ਇਹਨੇ ਜਿਹੜੀਆਂ ਮਿਨੋਰਟੀਜ਼ ਵੋਟਸ ਨੇ ਜਿਵੇਂ ਫੌਕਸ ਨਿਊਜ਼ ਨੇ ਜਿਹੜਾ ਐਗਜ਼ੈਕਟ ਪੋਲਿੰਗ ਕੀਤਾ ਪ੍ਰਿੰਸ ਵਿਲੀਅਮ ਕਾਉਂਟੀ ਵਿਚ ਦਾ ਸੈਕੰਡ ਲਾਰਜੈਸਟ ਕਾਉਂਟੀ ਇਨ ਵਰਜੀਨੀਆ, ਉੱਥੇ 55% ਜਿਹੜੀ ਵੋਟ ਆ ਹਿਸਪੈਨਿਕ ਵੋਟ ਉਹ ਰਿਪਬਲਿਕਨ ਪਾਰਟੀ ਨੂੰ ਪਈ ਆ ਅਕੋਰਡਿੰਗ ਟੂ ਫੌਕਸ ਨਿਊਜ਼ ਐਗਜ਼ੈਕਟ ਪੋਲਿੰਗ। ਸੋ ਇਹਨੇ ਮਿਨੋਰਟੀ ਦੇ ਵਿੱਚ ਜਿਵੇਂ ਇਹਨੇ ਪ੍ਰਿੰਸ ਵਿਲੀਅਮ ਕਾਉਂਟੀ ਤੋਂ ਕਾਉਂਟੀ ਸੁਪਰਵਾਈਜ਼ਰ ਆ ਜੈਸਲੀ ਵੇਗਾ, ਉਹਨੂੰ ਲਤੀਨੋਸ ਫਾਰ ਗਲੈਨ ਜੈਨਕਨ ਚੇਅਰਮੈਨ ਥਾਪਿਆ। ਆਪਣੇ ਸਿੱਖਾਂ ਦੇ ਇੱਕ ਪਨੀਤ ਆਲੂਵਾਲੀਏ ਨੂੰ ਉਹਨਾਂ ਨੇ ਏਸ਼ੀਅਨ ਅਮਰੀਕਨ ਦੀ ਵਾਂਗ ਡੋਰ ਦਿੱਤੀ। ਉਹਦੇ ਵਿੱਚ ਉਹਨਾਂ ਨੇ ਜਿਹੜੇ ਟੀਵੀ ਚੈਨਲ ਵੀ ਨੇ ਉਹਨਾਂ ਤੇ ਐਡ ਵੀ ਚਲਾਏ। ਸੋ ਉਹਨਾਂ ਨੇ ਪੂਰੀ ਜਿਹੜੀ ਸੀਗੀ ਸਟ੍ਰੈਟਜੀ ਸੀ ਉਹ ਰਿਪਬਲਿਕਨ ਪਾਰਟੀ ਦਾ ਜਿਹੜਾ ਬੇਸ ਹੈ ਤੇ ਆਮ ਤੌਰ ਤੇ ਇਹ ਕਿਹਾ ਜਾ ਰਿਹਾ ਸੀ ਕਿ ਜੀ ਜਿਹੜਾ ਰੂਰਲ ਏਰੀਆ ਦੇ ਵਿੱਚ ਟਰੰਪ ਵੋਟਸ ਨਹੀਂ, ਉਹਨਾਂ ਨੇ ਉਸ ਨੂੰ ਬੇਸ ਨੂੰ ਵਧਾਇਆ ਤੇ ਨਵਾਂ ਬੇਸ ਗਰੋ ਕੀਤਾ। ਤੇ ਇਸ ਕਰਕੇ ਇਹਦੀ ਜਿਹੜੀ ਸਟ੍ਰੈਟਜੀ ਸੀ ਉਹ ਫਰੀडम ਦੀ ਸੀ, ਇਸ ਕਰਕੇ ਉਹਨਾਂ ਦੀ ਜਿੱਤ ਜਿਹੜੀ ਹੋਈ ਆ 2 ਨਵੰਬਰ ਨੂੰ ਦਰਜ ਹੋਈ ਹੈ। ਜੀ ਦਵਿੰਦਰ ਜੀ, ਆਈ ਥਿੰਕ ਇੱਕ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਨਵੇਂ ਵੋਟਰਸ ਇਸ ਰੇਸ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ, ਜਿਹਦੇ ਕਰਕੇ ਇੱਕ ਓਵਰਵੈਲਮਿੰਗ ਟਰਨਆਊਟ ਵੀ ਵੇਖਣ ਨੂੰ ਮਿਲਿਆ, ਬਟ ਕੁਝ ਸਰਪ੍ਰਾਈਜ਼ਿੰਗ ਵੋਟਸ ਵੇਖਣ ਨੂੰ ਮਿਲੀਆਂ। ਕੁਝ ਪੋਲਸ ਇਹ ਸਾਨੂੰ ਦੱਸਦੇ ਕਿ ਜਿੱਥੇ ਵਰਜੀਨੀਆ ਦੇ ਵਿੱਚ ਪਿਛਲੇ ਸਾਲ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ 10 ਪੁਆਇੰਟਸ ਦੇ ਨਾਲ ਸਟੇਟ ਨੂੰ ਜਿੱਤ ਗਏ ਸੀ, ਕਿ ਕੁਝ ਇਹੋ ਜਿਹੇ ਵੋਟਰ ਸੀਗੇ ਜਿਨ੍ਹਾਂ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਲਈ ਵੋਟ ਕਾਸਟ ਕੀਤੀ। ਉਹੀ ਵੋਟਰਸ ਨੇ ਐਤਕੀ ਗਲੈਨ ਯੰਕਨ ਇੱਕ ਰਿਪਬਲਿਕਨ ਲਈ ਵੋਟ ਕਾਸਟ ਕੀਤੀ। ਪਵਨ ਔਲਖ ਜੀ, ਤੁਸੀਂ ਇਸ ਰਿਪਬਲਿਕਨ ਪਾਰਟੀ ਦਾ ਹਿੱਸਾ ਰਹਿ ਚੁੱਕੇ ਹੋ ਇਨ ਦ ਸਟੇਟ ਆਫ ਵਰਜੀਨੀਆ, ਤੁਸੀਂ ਕਾਫੀ ਵਾਕਿਫ ਹੋ ਇੰਟਰਨਲ ਸਟ੍ਰੈਟਜੀਜ਼ ਤੇ ਪਾਲਿਸੀਜ਼ ਦੇ ਨਾਲ, ਕੀ ਪ੍ਰੋਸੈਸ ਇਹ ਹੁੰਦਾ ਹੈ ਤੁਹਾਡੇ ਖਿਆਲ 'ਚ? ਲੁਕਿੰਗ ਫਰਮ ਦੀ ਆਊਟਸਾਈਡ ਇਨ, ਇਹ ਜੋ ਵੋਟਰਸ ਜਿਨ੍ਹਾਂ ਨੇ बेसिकली पार्टी अपनी टीम शिफ्ट की है, टीम बदली है, पिछले साल डेमोक्रेट वोट किया, ऐतकी रिपब्लिकन वोट किया, why do you think those voters voted for Glenn Youngkin? देखो, वर्जीनिया in general बड़ी moderate state है, highly educated population है, so I feel कि ਜਿਹੜੇ ਇਹ ਵਰਜੀਨੀਆ ਦੇ ਰੈਜ਼ੀਡੈਂਟਸ ਨੇ ਇਹ ਸਮਝਦੇ ਨੇ ਆਪਣੇ ਜਿਹੜਾ ਫੈਡਰਲ ਸਿਸਟਮ ਆ ਉਹਨੂੰ, they truly understand it. They know what they want from the foreign policy, so they choose a certain way, and then they know what they want at the local level. ਕਿ ਸਾਡੀਆਂ local elections ਦੇ ਵਿੱਚ ਇਹ ਆਪਣਾ ਜਿਹੜੇ taxes ਨੇ ਉਹ ਹਾਈ ਨਹੀਂ ਚਾਹੁੰਦੇ, business friendly ਚਾਹੁੰਦੇ ਨੇ, ਕਿਉਂਕਿ ਵਰਜੀਨੀਆ ਇਸ ਵੇਲੇ right to work state ਹੈ। ਸਾ ਇੱਕ ਬਹੁਤ ਵੱਡਾ ਮਸਲਾ ਜਿਹੜਾ ਸੀਗਾ ਉਹ ਇਹੀ ਸੀਗਾ ਜੋ ਕੈਲੀਫੋਰਨੀਆ ਨੇ ਕੀਤਾ ਹੋਇਆ ਆ ਕਿ ਤੁਸੀਂ 1099 ਤੇ ਸਬ ਕੰਟਰੈਕਟਰਸ ਹਾਇਰ ਨਹੀਂ ਕਰ ਸਕਦੇ। ਇਹ ਜਿਹੜੀਆਂ ਚੀਜ਼ਾਂ ਸਾਰੀਆਂ ਸੀਗੀਆਂ ਇਹ ਵਰਜੀਨੀਆ ਦੀ ਮਿਡਲ ਕਲਾਸ ਨੂੰ ਪਤਾ ਸੀਗੀਆਂ ਕਿ ਇਹਨਾਂ ਨੂੰ ਇਹ ਪ੍ਰੋਬਲਮਸ ਆਉਣਗੀਆਂ ਜੇ ਇਹਨਾਂ ਨੇ ਡੈਮੋਕ੍ਰੈਟਸ ਨੂੰ ਦੁਬਾਰਾ ਵਾਗਡੋਰ ਦੇ ਦਿੱਤੀ, ਕਿਉਂਕਿ 2 ਵਾਰੀ ਤੋਂ ਲਗਾਤਾਰ ਡੈਮੋਕ੍ਰੈਟਸ ਦਾ ਗਵਰਨਰ ਜਿਹੜਾ ਬਣਦਾ ਆ ਰਿਹਾ। ਹਾਲਾਂਕਿ ਸਾਡੇ ਟਰਮ ਲਿਮਿਟਸ ਨੇ ਕਿ ਇੱਕ ਹੀ ਗਵਰਨਰ ਜਿਹੜਾ ਆ ਉਹ ਇੱਕ ਹੀ ਟਰਮ ਕੰਸੈਕਿਊਟਿਵਲੀ ਇੱਕ ਹੀ ਟਰਮ ਕਰ ਸਕਦਾ, 2 ਨਹੀਂ, 1 ਤੋਂ ਵੱਧ ਨਹੀਂ ਕਰ ਸਕਦਾ, 4 ਸਾਲ ਦੀ ਟਰਮ ਹੁੰਦੀ ਹੈ। ਸੋ ਇਸ ਦੇ ਨਾਲ ਨਾਲ ਜਿਹੜੇ ਸਾਡੇ ਲੋਕਲ ਸਕੂਲ ਬੋਰਡ ਦੇ ਇਲੈਕਸ਼ਨਸ ਦੇ ਮਸਲੇ ਸੀਗੇ, ਕਿਉਂਕਿ ਬਹੁਤ ਸਾਰੀਆਂ ਮੈਂ ਕਹਾਂਗਾ ਕਿ ਭਿਆਨਕ ਖਬਰਾਂ ਜਿਹੜੀਆਂ ਨੇ ਉਹ ਲਾਊਡਨ ਕਾਉਂਟੀ ਦੇ ਵਿੱਚ ਨੈਸ਼ਨਲ ਨਿਊਜ਼ ਬਣ ਕੇ ਉਤਰੀਆਂ, ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਸ਼ਰਮਨਾਕ ਸੀਗੀਆਂ। ਔਰ ਜੇ ਤੁਸੀਂ ਮੈਨੂੰ ਅਲਾਉ ਕਰਦੇ ਹੋ ਤੇ ਮੈਂ ਇੱਕ ਖਬਰ ਜਿਹੜੀ ਆ ਉਹ ਸ਼ੇਅਰ ਕਰਨੀ ਚਾਹਾਂਗਾ ਕਿ ਇੱਥੇ ਇੱਕ ਹਾਈ ਸਕੂਲ ਦੀ ਬੱਚੀ ਦੇ ਨਾਲ 2 ਵਾਰੀ ਰੇਪ ਹੋ ਜਾਂਦਾ ਬਾਥਰੂਮ ਦੇ ਵਿੱਚ। ਕਿਉਂਕਿ ਉਹ ਹੁੰਦਾ ਕੀ ਆ ਕਿ ਜੋ ਟਰਾਂਸਜੈਂਡਰ ਦੇ ਅੰਡਰ ਉਹ ਇੱਕ ਜਿਹੜਾ ਮੁੰਡਾ ਸੀਗਾ ਉਹ ਕਹਿੰਦਾ ਸੀ ਕਿ ਨਹੀਂ ਮੈਂ ਕੁੜੀ ਆ, ਔਰ ਗਰਲਸ ਰੈਸਟਰੂਮ ਦੇ ਵਿੱਚ ਜਾਂਦਾ ਆ ਐਂਡ ਹੀ ਕਮਿਟਸ ਦ ਕ੍ਰਾਈਮ। ਸੋ ਉਸੇ ਦਿਨ ਉਹਦੀ ਰਿਪੋਰਟ ਵੀ ਬਣਦੀ ਆ, ਪੁਲਿਸ ਵੀ ਆਉਂਦੀ ਆ, ਔਰ ਜਦੋਂ ਇਹ ਗੱਲ ਬੱਚੀ ਦਾ ਬਾਪ ਇੱਕ ਸਕੂਲ ਬੋਰਡ ਦੀ ਮੀਟਿੰਗ ਤੇ ਆ ਕੇ ਦੱਸਣ ਲੱਗਦਾ ਆਪਣਾ ਦੁੱਖ, ਤੇ ਉਸ ਬੰਦੇ ਨੂੰ ਉੱਥੇ ਅਰੈਸਟ ਕੀਤਾ ਜਾਂਦਾ ਆ। ਨਾ ਕਿ ਸਿਰਫ ਅਰੈਸਟ ਕੀਤਾ ਜਾਂਦਾ ਹੈ ਕਿਉਂਕਿ ਕਾਮਨਵੈਲਥ ਅਟਾਰਨੀ ਜੋ ਹੈ ਉਹ ਡੈਮੋਕ੍ਰੈਟ ਹੈ, ਜਾਰਜ ਸੋਰੋਸ ਦੇ ਪੈਕ ਤੋਂ ਉਹਨੂੰ ਪੈਸਾ ਮਿਲਿਆ ਸੀ 2019 ਦੇ ਵਿੱਚ। ਉਸ ਬੰਦੇ ਨੂੰ 10 ਦਿਨ ਦੀ ਜੇਲ੍ਹ ਸੁਣਾਉਂਦੀ ਹੈ ਔਰ ਉਹ ਬੰਦਾ 10 ਦਿਨ ਜੇਲ੍ਹ ਕੱਟ ਕੇ ਆਉਂਦਾ ਹੈ ਜੀ। ਔਰ ਇਹੋ ਜਿਹੀਆਂ ਜਦੋਂ ਖਤਰਨਾਕ ਖਬਰਾਂ ਜਦੋਂ ਆਈਆਂ ਤੁਸੀਂ ਸੁਣਨ ਦੇ ਵਿੱਚ, ਕਿਉਂਕਿ ਆਪਾਂ ਅਕਸਰ ਜਦੋਂ ਇੰਡੀਆ ਦੇ ਚੈਨਲ ਸੁਣਦੇ ਆ ਤਾਂ ਯੂਪੀ ਬਿਹਾਰ ਤੋਂ ਸਾਨੂੰ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਬੇਟੀ ਦਾ ਰੇਪ ਹੋ ਗਿਆ ਤੇ ਬਾਪ ਨੂੰ ਪੁਲਿਸ ਨੇ ਕਟਾਪਾ ਚਾੜਿਆ ਥਾਣੇ ਦੇ ਵਿੱਚ। ਸੋ ਦੈਟਸ ਐਗਜ਼ੈਕਟਲੀ ਵਾਟ ਹੈਪਨਡ ਇਨ ਲਾਊਡਨ ਕਾਉਂਟੀ। ਔਰ ਮੈਂ ਲਾਊਡਨ ਕਾਉਂਟੀ ਦੇ ਬਾਰੇ ਇਹ ਵੀ ਦੱਸਣਾ ਚਾਹਾਂਗਾ ਕਿ ਲਾਊਡਨ ਕਾਉਂਟੀ ਇਜ਼ ਦ ਰਿਚੈਸਟ ਕਾਉਂਟੀ ਇਨ ਅਮਰੀਕਾ। They have the highest median income
per household ਜੀ in Loudoun County. ਜੀ ਸੋ ਇਹ ਜਿਹੜੇ ਬਹੁਤ ਸਾਰੇ ਲੋਕਲ ਇਸ਼ੂ ਸੀਗੇ ਇਹ ਵੋਟਰਸ ਨੇ ਇਹਨਾਂ ਨੂੰ ਪ੍ਰੈਫਰ ਕੀਤਾ ਔਰ ਵੈਸੇ ਵੀ ਜੋ ਗਲੈਨ ਯੰਕਿਨ ਨੇ ਉਹ ਫਰੈਸ਼ ਫੇਸ ਨੇ ਬੈਗੇਜ ਨਹੀਂ ਲੈ ਕੇ ਆਏ ਉਹ ਪਹਿਲਾਂ ਪੋਲੀਟੀਕਲ ਅਰੀਨਾ ਦੇ ਵਿੱਚ ਨਹੀਂ ਖੇਡੇ ਹੋਏ he comes from a private sector whereas on the Democrat side ਟੈਰੀ ਮੈਕਆਲਿਫ ਹੋਣੀ ਬੜੀ ਦੇਰ ਤੋਂ ਲੱਗੇ ਹੋਏ ਨੇ ਕਲਿੰਟਨਸ ਦਾ ਉਹਨਾਂ ਨੂੰ ਪੂਰਾ ਆਸ਼ੀਰਵਾਦ ਹੈ ਜਿਸ ਦੇ ਨਾਲ ਕਿ ਜਿਹੜਾ ਡੈਮੋਕ੍ਰੈਟ ਪਾਰਟੀ ਦਾ ਪ੍ਰੋਗਰੈਸਿਵ ਵਿੰਗ ਹੈ ਉਹ ਬਿਲਕੁਲ ਵੀ ਐਕਸਾਈਟਡ ਨਹੀਂ ਹੋਇਆ ਔਰ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਪਵਨ ਜੀ ਮੈਂ ਤੁਹਾਨੂੰ ਇੱਥੇ ਰੋਕ ਰਹੀ ਹਾਂ ਬਿਕਾਜ਼ ਤੁਸੀਂ 3-4 ਗੱਲਾਂ ਕਹੀਆਂ ਇਨ ਸਾਰੀ ਚੀਜ਼ਾਂ ਤੇ ਮੈਂ ਥੋੜੀ ਜੀ ਗਹਿਰਾਈ ਦੇ ਨਾਲ ਡਿਸਕਸ਼ਨ ਕਰਨਾ ਚਾਹੁੰਦੀ ਹਾਂ ਖਾਸ ਕਰਕੇ ਜਿੱਥੇ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਜੋ ਇਹ ਟਰਾਂਸਜੈਂਡਰ ਦਾ ਇਸ਼ੂ ਹੈ ਆਫ ਕੋਰਸ ਇਹ ਕਾਫੀ ਇੱਕ ਵੱਡਾ ਇਸ਼ੂ ਹੈ ਇਹਦੇ ਉੱਤੇ ਇੱਕ ਵੱਖਰਾ ਹੀ ਪ੍ਰੋਗਰਾਮ ਹੋਣਾ ਚਾਹੀਦਾ ਹੈ ਇਹਦੇ ਸਾਰੇ ਇਨਸ ਐਂਡ ਆਊਟਸ ਲੋਕਾਂ ਦੇ ਨਾਲ ਡਿਸਕਸ ਕਰਨ ਲਈ ਬਟ ਕਮਿੰਗ ਟੂ ਐਜੂਕੇਸ਼ਨ one MBC ਨਿਊਜ਼ ਐਗਜ਼ਿਟ ਪੋਲ ਨੇ ਇਹ ਪਾਇਆ ਸੀ ਕਿ ਇਕਨੋਮੀ ਸਭ ਤੋਂ ਵੱਡਾ ਇਸ਼ੂ ਸੀਗਾ ਵਰਜੀਨੀਆ ਦੇ ਵੋਟਰਸ ਲਈ ਉਸ ਤੋਂ ਬਾਅਦ ਐਜੂਕੇਸ਼ਨ ਸੀ ਐਂਡ ਐਜੂਕੇਸ਼ਨ ਦੇ ਵਿੱਚ ਇੱਕ ਪਾਸੇ ਜੋ ਇਹੋ ਜਿਹੇ ਤੁਸੀਂ ਰਿਫਾਰਮਸ ਦੀ ਗੱਲ ਕਰੋ ਦੂਜੇ ਪਾਸੇ ਕਰਿਕੂਲਮ ਦ ਕ੍ਰਿਟੀਕਲ ਰੇਸ ਥਿਊਰੀ ਜੋ ਕਿ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੈ ਆਲ ਓਵਰ ਦ ਕੰਟਰੀ ਵੱਖ-ਵੱਖ ਸਟੇਟਾਂ ਦੇ ਵਿੱਚ ਇਹਦੇ ਉੱਤੇ ਕੰਟਰੋਵਰਸੀ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਪੇਰੈਂਟਸ ਵੱਲੋਂ ਪ੍ਰੋਟੈਸਟ ਵੇਖਣ ਨੂੰ ਮਿਲ ਰਹੀ ਹੈ ਐਜੂਕੇਟਰਸ ਵੱਲੋਂ contrast ਇੱਕ ਤੁਸੀਂ ਕਹਿ ਲਓ reverse protest ਵੇਖਣ ਨੂੰ ਮਿਲ ਰਹੀ ਹੈ I want to talk about that and most importantly the money ਤੁਸੀਂ ਇਸ money ਦੀ ਗੱਲ ਕਰ ਰਹੇ ਹੋ I definitely want to talk about that because yes Glenn Youngkin private sector ਤੋਂ ਆਉਂਦੇ so we're going to talk about all these things ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਦਵਿੰਦਰ ਸਿੰਘ ਜੀ ਪਵਨ ਔਲਖ ਜੀ viewers ਇਸੇ ਤਰ੍ਹਾਂ ਸਾਡੇ ਨਾਲ ਜੁੜੇ ਤੁਹਾਡੀ ਕਾਲਸ ਵੀ ਚੁੱਕਾਂਗੇ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਤੁਸੀਂ ਵੇਖ ਰਹੇ ਹੋ ਲਾਈਵ ਪ੍ਰੋਗਰਾਮ ਅੱਜ ਦਾ ਮੁੱਦਾ ਵਰਜੀਨੀਆ ਦੀ ਗਵਰਨਰ ਦੀ ਰੇਸ ਦੀ ਗੱਲ ਹੋ ਰਹੀ ਹੈ ਕੀ ਕੁਝ ਅਸੀਂ ਸਿੱਖ ਸਕਦੇ ਹਾਂ ਇਸ ਰੇਸ ਤੋਂ ਕਿਸ ਤਰ੍ਹਾਂ ਇਹ ਚੀਜ਼ ਪਲੇ ਆਊਟ ਹੋਈ ਐਂਡ ਇਹ ਜੋ ਬਹੁਤ ਵੱਡਾ ਅਪਸੈਟ ਜਿਹਦੇ ਕਰਕੇ ਰਿਪਬਲਿਕਨ ਪਾਰਟੀ ਨੂੰ ਇੱਕ ਬਹੁਤ ਵੱਡੀ ਜਿੱਤ ਹੋਈ ਇਹ ਕੀ ਮੀਨਿੰਗ ਰੱਖਦੀ ਹੈ ਕੀ ਸਾਨੂੰ ਇੰਡੀਕੇਸ਼ਨਸ ਦੇ ਸਕਦੀ ਹੈ ਅਗਲੇ ਸਾਲ ਦੇ ਮਿਡ ਟਰਮਸ ਲਈ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਜੁਆਇਨ ਕਰ ਰਹੇ ਹੈ ਰਿਪਬਲਿਕਨ ਵੌਇਸਿਸ ਫਰਮ ਵਰਜੀਨੀਆ ਪਲੀਜ਼ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੋਨਾਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਦਵਿੰਦਰ ਜੀ ਪਵਨ ਜੀ ਦਵਿੰਦਰ ਜੀ ਤੁਸੀਂ ਅਕਸਰ ਸਾਡੇ ਨਾਲ ਜੁੜ ਕੇ ਰਿਪਬਲਿਕਨ ਮਸਲਿਆਂ ਦੀ ਡਿਸਕਸ਼ਨ ਕਰਦੇ ਹੋ ਤੇ ਪਵਨ ਔਲਖ ਜੀ ਗੁੱਡ ਟੂ ਹੈਵ ਯੂ ਪਹਿਲੀ ਵਾਰੀ ਤੁਸੀਂ ਸਾਡੇ ਨਾਲ ਜੁੜੇ ਹੋ ਬਟ ਮੈਂ ਇੱਥੇ ਇੱਕ ਵਾਰੀ ਫਿਰ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੀ ਅਹਿਮੀਅਤ ਤੁਹਾਡੀ ਐਕਸਪੀਰੀਅੰਸ ਰੱਖਦੀ ਹੈ ਨਾ ਕਿ ਸਿਰਫ ਇਸ ਕਨਵਰਸੇਸ਼ਨ ਲਈ ਬਟ ਸਾਡੀ ਕਮਿਊਨਿਟੀ ਲਈ ਤੁਸੀਂ ਸਿੱਖੀ ਸਰੂਪ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵਿੱਚ ਇੱਕ ਡੈਲੀਗੇਟ ਦੇ ਤੌਰ ਤੇ ਆਪ ਦੀ ਸਟੇਟ ਦੇ ਵਿੱਚ ਹਿੱਸਾ ਰੱਖ ਚੁੱਕੇ ਹੋ ਸੋ ਥੈਂਕ ਯੂ ਬੋਥ ਫॉर ਜੁਆਇਨਿੰਗ ਅਸ ਅਗੇਨ ਆਈ ਹੈਵ ਸਮ ਕੁਐਸਚਨਸ ਖਾਸ ਕਰਕੇ ਪਵਨ ਜੀ ਜੋ ਤੁਸੀਂ ਕੁਝ ਸਟੇਟਮੈਂਟਸ ਕੀਤੀਆਂ ਗਲੈਨ ਯੰਕਿਨ ਦੀ ਇੱਕ ਇਸ ਪਲੇਟਫਾਰਮ ਸਟ੍ਰੈਟਜੀ ਨੂੰ ਲੈ ਕੇ ਐਜੂਕੇਸ਼ਨ ਦੀ ਜਿੱਥੇ ਗੱਲ ਆਉਂਦੀ ਹੈ ਉਹਨੂੰ ਲੈ ਕੇ ਜੋ ਮਸਲਾ ਬਣਿਆ ਹੋਇਆ ਨਾ ਕਿ ਸਿਰਫ ਵਰਜੀਨੀਆ ਦੇ ਵਿੱਚ ਪੂਰੀ ਕੰਟਰੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪਲੇ ਆਊਟ ਹੋ ਰਿਹਾ ਐਜ਼ ਵੈਲ ਐਜ਼ ਦ ਮਨੀ ਬਟ ਬਿਫੋਰ ਵੀ ਗੋ ਟੂ ਦ ਕੁਐਸਚਨਸ ਕੁਝ ਕਾਲਰਸ ਸਾਡੇ ਨਾਲ ਜੁੜ ਚੁੱਕੇ ਹਨ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਅਰ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੈਂ ਰਾਜ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਰਾਜ ਜੀ ਹਾਂਜੀ ਦੱਸੋ ਬਹੁਤ ਬਿਲਕੁਲ ਮੈਂ ਇਹਨਾਂ ਨੂੰ ਇਹੀ ਕਹਿੰਦਾ ਕਿ ਡੈਮੋਕ੍ਰੇਟ ਪਾਰਟੀ ਦਾ ਹਾਲਾਂਕਿ ਗੜ ਸੀ ਵਰਜੀਨੀਆ ਚਲੋ ਉੱਥੇ ਹਾਰ ਗਈ ਹੈ ਤੇ ਡੈਮੋਕ੍ਰੇਟ ਪਾਰਟੀ ਨੂੰ ਟੇਕ ਇਟ ਈਜ਼ੀ ਨਹੀਂ ਲੈਣਾ ਚਾਹੀਦਾ ਕਿਉਂਕਿ ਅਗਰ ਜਿੱਤੀ ਹੈ ਤਾਂ ਉਹਨਾਂ ਨੂੰ ਥੋੜਾ ਐਕਟਿਵਲੀ ਕੰਮ ਕਰਕੇ ਦਿਖਾਉਣਾ ਪਏਗਾ ਕਿਉਂਕਿ ਇਹ ਨਹੀਂ ਕਿ ਉਹਨਾਂ ਨੇ ਇੱਕ ਵਾਰੀ ਜਿੱਤ ਲਿਆ ਤਾਂ ਉਹਨਾਂ ਨੂੰ ਹੁਣ ਬਿਲਕੁਲ ਠੰਡੇ ਹੋ ਗਏ ਹੋ ਕੰਮ ਕਰਨਾ ਪਏਗਾ ਔਰ ਦੂਸਰੀ ਗੱਲ ਮੈਂ ਇਹਨਾਂ ਨੂੰ ਪਬਲਿਕ ਜਿਹੜੇ ਤੁਹਾਡੇ ਬੈਠੇ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੋ 6 ਜਨਵਰੀ ਨੂੰ ਹੋਇਆ ਉਸ ਬਾਰੇ ਇਹ ਥੋੜਾ ਦੱਸ ਸਕਦੇ ਕਿ ਉਹ ਜਾਇਜ਼ ਸੀ ਜਿਹੜੀ ਵੀ ਸਪੋਰਟ ਤੁਹਾਡੇ ਟਰੰਪ ਸਾਹਿਬ ਦੀ ਵੀ ਵਿੱਚ ਟੂ ਹੋ ਚੁੱਕੀ ਹੈ ਤੁਹਾਡੇ ਰਿਪਬਲਿਕਨ ਕਈ ਸੈਨੇਟਰ ਵੀ ਐਡਮਿਟ ਕਰ ਰਹੇ ਸੀ ਓਪਨਲੀ ਡੈਮੋਕ੍ਰੇਟ ਦੇ ਨਾਲ ਮਿਲ ਕੇ ਕਿ ਇਹ ਚੀਜ਼ ਆਰਗੇਨਾਈਜ਼ ਕੀਤੀ ਗਈ ਥਰੂ ਉੱਪਰੋਲੇ ਜਿੰਨੇ ਵੀ ਤੁਹਾਡੇ ਰਿਪਬਲਿਕਨ ਦੇ ਲੀਡਰ ਸੀ ਇਹ ਅਗਰ ਇਹ ਤੁਸੀਂ ਦੁਬਾਰਾ ਇਹ ਚੀਜ਼ ਦੱਸ ਸਕਦੇ ਹੋ ਕਿ ਇਹ ਦੁਬਾਰਾ ਨਹੀਂ ਹੋਏਗੀ ਜਾਂ ਤੁਸੀਂ ਗਲਤੀ ਮੰਨਦੇ ਹੋ ਜਿਹੜੀ ਚੀਜ਼ ਹੋਈ ਗਲਤ ਹੋਈ ਹੈ ਇਹ ਮੇਰਾ ਕੁਐਸਚਨ ਹੈ very good question thank you so much ਰਾਜ ਜੀ ਇਹ ਕੁਐਸਚਨ ਨਾ ਕਿ ਸਿਰਫ ਇੱਕ ਡੈਮੋਕ੍ਰੈਟ ਦੇ ਤੌਰ ਤੇ ਜਾਂ ਇੱਕ ਵੋਟਰ ਦੇ ਤੌਰ ਤੇ ਆਈ ਥਿੰਕ ਹਰ ਇੱਕ ਸਿਟੀਜ਼ਨ ਦੇ ਵੱਲੋਂ ਇਹ ਕੁਐਸਚਨ ਇਸ ਵੇਲੇ ਉਠਾਇਆ ਜਾ ਰਿਹਾ ਹੈ ਦਵਿੰਦਰ ਜੀ ਮੈਂ ਤੁਹਾਡੇ ਨਾਲ ਸ਼ੁਰੂ ਕਰਦੀ ਹਾਂ ਬਿਫੋਰ ਆਈ ਗੈਟ ਟੂ ਮਾਈ ਕੁਐਸਚਨਸ ਕਾਲਰ ਨੇ ਜੋ ਕੁਐਸਚਨ ਰੱਖਿਆ ਹੈ ਜਨਵਰੀ 6 ਤਰੀਕ ਨੂੰ ਜੋ ਇਨਸਰੈਕਸ਼ਨ ਅਟੈਕ ਹੋਇਆ ਸੀ US ਕੈਪੀਟਲ ਤੇ ਉਹਨੂੰ ਲੈ ਕੇ ਐਜ਼ ਅ ਰਿਪਬਲਿਕਨ ਕਮੈਂਟੇਟਰ ਤੁਸੀਂ ਕੀ ਵਿਚਾਰ ਰੱਖਦੇ ਹੋ ਦੇਖੋ ਸ਼ਮਿਤਾ ਜੀ ਗੱਲ ਇਹ ਆ ਜਿਹੜੀ ਜਨਵਰੀ 6 ਨੂੰ ਹੋਇਆ ਉਹਦੀ ਇਨਵੈਸਟੀਗੇਸ਼ਨ ਹਾਊਸ ਵੀ ਕਰ ਰਿਹਾ ਰਾਈਟ ਤੇ ਕਿਸੇ ਵੀ ਤੁਹਾਡੇ ਪ੍ਰੋਗਰਾਮ ਤੇ ਪਹਿਲਾਂ ਵੀ ਆਪਣੀ ਇਸ ਬਾਰੇ ਗੱਲ ਹੋਈ ਹੈ ਕਿਸੇ ਨੇ ਵੀ ਉਹਦੀ ਸਰਾਹਨਾ ਨਹੀਂ ਕੀਤੀ ਉਹਨੂੰ ਕੰਡੈਮ ਹਰ ਇੱਕ ਨੇ ਕੀਤਾ ਵਾ
ਪਰ ਹੁਣ ਵਰਜੀਨੀਆ ਦੇ ਜਿਹੜੇ ਵੋਟਰ ਨੇ ਡੈਮੋਕ੍ਰੇਟ ਦੀ ਸਟ੍ਰੈਟਜੀ ਇਹ ਵੀ ਸੀ ਇੱਕ, ਉਹ ਜਨਵਰੀ 6 ਵਰਜੀਨੀਆ ਨੂੰ ਤੁਸੀਂ ਟੈਕਸਸ ਨਾ ਬਣਾਓ, ਜਾਰਜੀਆ ਨਾ ਬਣਾਓ, ਦੇ ਵਾਂਟਸ ਟੂ ਲੇਬਲ ਗਲੈਨ ਜੈਨਕਨ ਆਪਣਾ ਬਈ ਉਹ ਟਰੰਪ ਦੀ ਇੱਕ ਡੁਪਲੀਕੇਟ ਕਾਪੀ ਹੈਗੀ ਆ। ਵਰਜੀਨੀਆ ਦੇ ਜਿਹੜੇ ਵੋਟਰ ਨੇ, ਬੜੇ ਸਿਆਣੇ ਵੋਟਰ ਨੇ, ਉਹਨਾਂ ਨੇ ਉਹ ਸਟ੍ਰੈਟਜੀ ਨੂੰ ਆਲਰੇਡੀ ਕੰਡੈਮ ਕਰ ਦਿੱਤਾ। ਉਹਨੂੰ ਬੈਲਟ ਦੇਖੋ, ਇਲੈਕਸ਼ਨ ਜਿਹੜੀ ਹੁੰਦੀ ਹੈ ਉਹਦਾ ਕਨਸੀਕੁਐਂਸ ਹੁੰਦਾ, ਉਹਦੇ ਵਿੱਚ ਵਰਜੀਨੀਆ ਦੇ ਜਿਹੜੇ ਵੋਟਰ ਨੇ ਉਹਨਾਂ ਨੇ ਆਲਰੇਡੀ ਇਹ ਮੈਸੇਜ ਕਲੀਅਰ ਦੇ ਦਿੱਤਾ, ਲੈਟਸ ਟਾਕ ਔਨ ਦਾ ਇਸ਼ੂ ਬੇਸ, ਵੀ ਅਮਰੀਕਾ ਦੇ ਵਿੱਚ ਮਹਿੰਗਾਈ ਇੰਨੀ ਵੱਧ ਰਹੀ ਆ ਤੇ ਐਜੂਕੇਸ਼ਨ ਬੜਾ ਵੱਡਾ ਮਸਲਾ ਹੈਗਾ। ਤੇ ਅੱਜ ਇਹ ਤੁਸੀਂ ਵਾਸ਼ਿੰਗਟਨ ਟਾਈਮ ਦਾ ਨਿਊਜ਼ਪੇਪਰ ਚੱਕੋ, ਉਹਦੇ ਉੱਤੇ ਸ਼ਾਇਦ ਉਹ ਕੈਲੀਫੋਰਨੀਆ ਦੀ ਪਿਕਚਰ ਹੈ ਕਿ $5.99 ਨੂੰ ਰੈਗੂਲਰ ਗੈਸ ਹੋ ਚੁੱਕੀ ਆ ਤੇ $6.49 ਨੂੰ ਜਿਹੜੀ ਪ੍ਰੀਮੀਅਮ ਗੈਸ ਹੋ ਚੁੱਕੀ ਹੈ। ਜਿਹੜੇ ਸਾਡੇ ਵੀਰ ਸੁਣਨ ਵਾਲੇ ਸਰੋਤੇ ਨੇ, ਗੁਰੂ ਦੀ ਕਿਰਪਾ ਨਾਲ ਇਹ ਸਾਰੇ ਨੇ ਗੱਡੀਆਂ ਵੱਡੀਆਂ ਰੱਖੀਆਂ ਨੇ ਤੇ ਉਹਦੇ 'ਚ ਪ੍ਰੀਮੀਅਮ ਗੈਸ ਪਾਉਂਦੇ ਨੇ। ਸੋ ਇਸ ਕਰਕੇ ਜਿਹੜਾ ਹੈਗਾ, ਜਿਹੜਾ ਕਾਨੂੰਨ ਹੈ 1 by 1 ਉਹ ਜਿਹੜੇ ਹੈਗੇ ਨੇ ਉਹਨਾਂ ਨੂੰ ਸਜ਼ਾ ਦੇ ਰਹੇ ਨੇ। ਪਰ ਕਿਉਂਕਿ ਮੀਡੀਆ ਜਿਹੜਾ ਹੈਗਾ, ਸਾਨੂੰ ਮੀਡੀਆ ਨੂੰ ਵੀ ਐਨਾਲਾਈਜ਼ ਕਰਨ ਦੀ ਲੋੜ ਹੈ। ਉਹ ਬਹੁਤ ਮਾੜੀ ਘਟਨਾ ਸੀ, ਪਰ ਜਿਹੜਾ ਉਹਨੂੰ ਸਾਰੇ ਇਨਸਰੈਕਸ਼ਨ ਕਹਿੰਦੇ ਨੇ, ਪਰ ਇੱਕ ਵੀ FBI ਨੇ ਜਾਂ DC ਦੀ ਪੁਲਿਸ ਨੇ ਐਨੀ ਕੇਸ ਰਜਿਸਟਰਡ ਕੀਤਾ ਉਸ ਕਾਨੂੰਨ ਦੇ ਤਹਿਤ? ਇਹ ਮੈਂ ਮਤਲਬ ਇਹ ਬੜਾ ਵੱਡਾ ਕੁਐਸਚਨ ਆਪਣੇ ਆਪ ਦੇ ਵਿੱਚ। No, Devinder ji, I agree with you. Investigation definitely ਜਾਰੀ ਹੈਗੀ ਇਸ ਵੇਲੇ, subpoenas ਵੀ ਦਿੱਤੇ ਜਾ ਰਹੇ। In fact, ਜੋ official hall of records ਹੈਗਾ ਉਹ ਤੋਂ ਵੀ documents ਕੱਢੇ ਜਾ ਰਹੇ ਤੇ ਸੱਚਾਈ ਤਾਂ ਜ਼ਰੂਰ ਅੱਗੇ ਆਊਗੀ। I think we lost Pavan ji. Pavan ji, are you still with us? Pavan Aulach ji? I think Pavan Aulach ji ਦੀ ਫੀਡ ਦੇ ਵਿੱਚ ਕੁਝ ਇਸ਼ੂ ਆ ਰਿਹਾ ਹੈ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਦਵਿੰਦਰ ਜੀ, ਮੈਂ ਤੁਹਾਡੇ ਨਾਲ ਕਨਵਰਸੇਸ਼ਨ ਜ਼ਰੂਰ ਜਾਰੀ ਰੱਖਣਾ ਚਾਹੁੰਦੀ ਹਾਂ। ਲੈਟਸ ਕੰਟੀਨਿਊ ਦ ਕਨਵਰਸੇਸ਼ਨ ਅੰਟਿਲ ਵੀ ਗੈਟ ਪਵਨ ਜੀ ਬੈਕ। ਇਟਸ ਵੈਰੀ ਇੰਟਰਸਟਿੰਗ ਤੁਸੀਂ ਜੋ Jan 6 ਬਾਰੇ ਕਿਹਾ ਹੈ, ਐਂਡ ਵਾਂਸ ਅਗੇਨ ਦਿਸ ਇਜ਼ ਐਨ ਆਨਗੋਇੰਗ ਇਨਵੈਸਟੀਗੇਸ਼ਨ। ਆਈ ਥਿੰਕ ਜੋ ਇੱਥੇ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ, ਜੋ ਲੀਡਰਸ਼ਿਪ ਰੋਲਸ ਵਿੱਚ ਹੁੰਦੇ ਹੈ, ਲੋਕਾਂ ਨੂੰ ਕਿਸ ਪਾਸੇ ਤੋੜਦੇ ਹੈ, ਕਿਸ ਪਾਸੇ ਇਨਸਾਈਟ ਕਰਦੇ, ਉਹਦੀ ਇਨਵੈਸਟੀਗੇਸ਼ਨ ਇਸ ਵੇਲੇ ਜਾਰੀ ਹੈ। ਐਂਡ ਆਫ ਕੋਰਸ ਮੀਡੀਆ ਦਾ ਰੋਲ ਵੀ ਇਹਦੇ ਵਿੱਚ ਮਾਇਨੇ ਰੱਖਦਾ ਹੈ। There we go. I think we have Pavan ji back. Good to have you back. Chalo, let's get back to the questions I had. Pavan ji, I'll go to you on this because to see a point पिछले segment ਵਿੱਚ ਵੀ ਰੱਖਿਆ ਸੀ ਕਿ ਕਿਸ ਤਰ੍ਹਾਂ ਐਜੂਕੇਸ਼ਨ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ। ਐਜੂਕੇਸ਼ਨ ਨੂੰ ਲੈ ਕੇ ਗਲੈਨ ਯੰਕਿਨ ਨੇ ਆਪਣੀ ਕੈਂਪੇਨ ਨੂੰ, ਇਹਦੇ ਵਿੱਚ ਐਜੂਕੇਸ਼ਨ ਦਾ ਇੱਕ ਬਹੁਤ ਵੱਡਾ ਰੋਲ ਸੀਗਾ ਜਿੱਥੇ ਕ੍ਰਿਟੀਕਲ ਰੇਸ ਥਿਊਰੀ ਆਉਂਦੀ ਹੈ। ਪਵਨ ਜੀ, I mean the simple question here is this ਕਿ ਕ੍ਰਿਟੀਕਲ ਰੇਸ ਥਿਊਰੀ ਜਿਹਦੇ ਬਾਰੇ ਅਸੀਂ ਵਿਊਅਰਸ ਨੂੰ ਇੱਕ ਬਰੀਫ ਐਕਸਪਲੇਨੇਸ਼ਨ ਦਿੱਤੀ ਸੀ, ਉਹਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ? once again as a Republican, as someone that ਸ਼ਾਇਦ ਤੁਹਾਡੇ ਆਪ ਦੇ ਬੱਚੇ ਸਕੂਲਸ ਵਿੱਚ ਪੜ੍ਹਦੇ ਹੋਣ, ਤੁਹਾਨੂੰ ਕੀ ਲੱਗਦਾ ਕਿ ਕ੍ਰਿਟੀਕਲ ਰੇਸ ਥਿਊਰੀ ਦੀ ਕੀ ਜਗ੍ਹਾ ਹੋਣੀ ਚਾਹੀਦੀ ਹੈ ਇੱਕ ਕਰਿਕੂਲਮ ਦੇ ਵਿੱਚ ਇਸ ਮੁਲਕ ਦੇ ਵਿੱਚ? ਦੇਖੋ, ਮੈਂ ਦੋ ਪਰਸਪੈਕਟਿਵ ਦੇਵਾਂਗਾ ਕਿਉਂਕਿ ਆਪਣੀ ਸਟੋਰੀ ਥੋੜੀ ਕੰਪਲਿਕੇਟਡ ਹੈ। ਮੈਂ ਸਿੱਖ ਵੀ ਹਾਂ ਪਰ ਮੈਂ ਰਿਪਬਲਿਕਨ ਵੀ ਹਾਂ, ਔਰ ਰਿਪਬਲਿਕਨ ਬਣਨ ਤੋਂ ਪਹਿਲਾਂ ਮੈਂ ਸਿੱਖ ਸੀ। ਸੋ ਬੀਇੰਗ ਅ ਸਿੱਖ, ਬੀਇੰਗ ਗੁਰੂ ਨਾਨਕਸ ਫਾਲੋਅਰ, ਆਪਾਂ ਕਿਸੇ ਵੀ ਜਿਹੜੀ ਜਾਤ ਨੂੰ, ਕਿਸੇ ਵੀ ਕੌਮ ਨੂੰ, ਕਿਸੇ ਵੀ ਮਜ਼ਹਬ ਨੂੰ ਆਪਾਂ ਮਤਲਬ ਈਵਲ ਨਹੀਂ ਕਹਿਣਾ। ਸਾਡੀ ਵਿਚਾਰਧਾਰਾ ਵੱਖਰੀ ਹੋ ਸਕਦੀ ਆ, ਸਾਡਾ ਕਿਸੇ ਦੇ ਨਾਲ ਵਿਚਾਰ ਨਹੀਂ ਰਲ ਸਕਦੇ, ਉਹਨਾਂ ਨੂੰ ਆਪਣਾ ਰਾਹ ਮੁਬਾਰਕ। ਪਰ ਜੋ ਕ੍ਰਿਟੀਕਲ ਰੇਸ ਥਿਊਰੀ ਹੈ ਇੱਥੇ, ਉਹ ਟੈਕਨੀਕਲੀ ਇਹ ਕਹਿ ਰਹੀ ਆ ਕਿ ਜੋ ਗੋਰੇ ਨੇ, ਜਿਹੜੇ ਲਾਈਟ ਸਕਿਨਡ ਨੇ, ਉਹ ਜੰਮੇ ਈਵਲ ਨੇ ਔਰ ਉਹਨਾਂ ਦੇ ਹੀ ਸਾਰੇ ਪੰਗੇ ਪਾਏ ਹੋਏ ਨੇ। ਸੋ ਇਟ ਬਲੇਮਸ ਵਨ ਰੇਸ ਫॉर ਆਲ ਪ੍ਰੋਬਲਮਸ ਆਫ ਸੋਸਾਇਟੀ। ਬਟ ਫਰੋਮ ਅ ਰਿਪਬਲਿਕਨ ਪਰਸਪੈਕਟਿਵ, ਕਿਉਂਕਿ ਅਸੀਂ ਲਿਮਿਟਡ ਗਵਰਨਮੈਂਟ ਚਾਹੁੰਦੇ ਹਾਂ, ਗਵਰਨਮੈਂਟ ਦਾ ਕੰਮ ਇਹ ਹੈ ਕਿ ਇੱਕ ਇਕੁਅਲ ਓਪਰਚੁਨਿਟੀ ਦਾ এনवायरमेंट ਕ੍ਰੀਏਟ ਕਰਨਾ ਜਿੱਥੇ ਡਿਸਕ੍ਰਿਮੀਨੇਸ਼ਨ ਨਾ ਹੋਵੇ, rather than ਕਿ ਤੁਸੀਂ ਬੱਚਿਆਂ ਦੀ ਇੰਡਾਕਟ੍ਰੀਨੇਸ਼ਨ ਕਰੋ ਸਕੂਲਸ ਦੇ ਵਿੱਚ ਜਾ ਕੇ ਤੇ ਉਹਨਾਂ ਨੂੰ ਕਹੋ ਕਿ ਹਾਂ ਜੇ ਤੇਰੇ ਨਾਲ ਬੱਚਾ ਬੈਠਾ ਆ ਇਹੀ ਤੇਰੀ ਸਫਰਿੰਗ ਦਾ ਕਾਰਨ ਹੈ, ਤੇ ਜਦੋਂ ਤੂੰ ਅਡਲਟ ਹੋਣਾ ਹੈ ਇੰਨਾ ਹੀ ਤੈਨੂੰ ਤੇਰੀ ਸਫਰਿੰਗ ਜਿਹੜੀ ਆ ਹੋਰ ਜ਼ਿਆਦਾ ਕਾਜ਼ ਕਰਨੀ ਹੈ, ਇੰਨਾ ਹੀ ਤੇਰੇ ਨਾਲ ਜੌਬ ਡਿਸਕ੍ਰਿਮੀਨੇਸ਼ਨ ਕਰਨੀ ਹੈ। ਕਿਉਂ? ਕਿਉਂਕਿ ਉਹਦੀ ਸਕਿਨ ਜਿਹੜੀ ਹੈ ਉਹ ਲਾਈਟ ਹੈ ਤੇਰੇ ਨਾਲ,
ਉਹਦੀ race different ਹੈ। Pavan ji, I just So that's I have to. that's a Hanji, really bad, I just example. have to. Ji, Pavan ji, I just have to counter with one point. जो educators जिन्हां दे विच काफ़ी African American ਹਨ या African American ਹੱਕਾਂ ਦੀ ਗੱਲ ਅੱਗੇ ਰੱਖਦੇ ਹੈ ਉਹਨਾਂ ਦੇ ਵੱਲੋਂ ਜੋ ਇਸ ਚੀਜ਼ ਦਾ ਕਾਊਂਟਰ ਸਾਨੂੰ ਸੁਣਨ ਨੂੰ ਮਿਲਿਆ ਉਹ ਇਹੀ ਹੈ ਕਿ ਕ੍ਰਿਟੀਕਲ ਰੇਸ ਥਿਊਰੀ ਨਾ ਕਿ ਗੋਰਿਆਂ ਨੂੰ ਜਾਂ ਲਾਈਟ ਸਕਿਨ ਲੋਕਾਂ ਨੂੰ ਹਰ ਇੱਕ ਚੀਜ਼ ਦਾ ਬਲੇਮ ਦਿੰਦੀ ਹੈ ਬਟ ਇਨ ਫੈਕਟ ਇਹ ਚੀਜ਼ ਇੱਕ ਇਤਿਹਾਸਿਕ ਤੌਰ ਤੇ ਇਹ ਦੱਸਦੀ ਹੈ ਕਿ ਇਤਿਹਾਸ ਦੇ ਵਿੱਚ ਇਸ ਮੁਲਕ ਦੇ ਇਤਿਹਾਸ ਦੇ ਵਿੱਚ ਕੀ ਹਿਸਟਰੀ ਰਹੀ ਹੈ ਅਤਿਆਚਾਰ ਦੀ ਬਾਈ ਸਲੇਵ ਓਨਰਸ ਐਂਡ ਦ ਸਿਸਟੈਮਿਕ ਰੇਸਿਜ਼ਮ ਜੋ ਹਾਲੇ ਵੀ ਐਗਜ਼ਿਸਟ ਕਰਦੀ ਹੈ ਉਸ ਚੀਜ਼ ਨੂੰ ਲੈ ਕੇ there is a little bit of a difference between that viewpoint and ਜੋ ਤੁਸੀਂ ਰੱਖ ਰਹੇ ਹੋ and educators all across the country ਟੈਕਸਸ ਦੇ ਵਿੱਚ ਉਹਨਾਂ ਨੂੰ ਆਪਣੀ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ ਇਸ ਪੁਆਇੰਟ ਨੂੰ ਲੈ ਕੇ ਕਜ਼ ਉਹ ਕਹਿ ਰਹੇ ਕਿ ਅਸੀਂ ਇੱਕ ਹਿਸਟਰੀ ਟੀਚਰ ਹੋਣ ਦੇ ਨਾਤੇ ਕਿਸ ਤਰ੍ਹਾਂ ਨਹੀਂ ਸਿਖਾ ਸਕਦੇ ਬੱਚਿਆਂ ਨੂੰ ਕਿ ਸਲੇਵਰੀ ਕੀ ਸੀਗੀ ਕਿ ਸਿਵਲ ਰਾਈਟਸ ਦੀ ਮੂਵਮੈਂਟ ਕੀ ਸੀਗੀ ਕਿ ਸੈਗਰੀਗੇਸ਼ਨ ਕੀ ਸੀਗੀ ਕਿ ਜਦੋਂ ਸਾਈਨਸ ਲਿਖੇ ਹੋਏ ਸੀ ਕਿ ਅਗਰ ਤੁਸੀਂ ਕਾਲੇ ਹੋ ਤੁਸੀਂ ਇੱਥੇ ਰੈਸਟੋਰੈਂਟ ਦੇ ਵਿੱਚ ਨਹੀਂ ਵੜ ਸਕਦੇ ਕਿ ਉਹਦਾ ਕੀ ਲੌਂਗ ਟਰਮ ਇੰਪੈਕਟ ਹੋਇਆ ਉਨ ਸਟੇਟਾਂ ਦੇ ਵਿੱਚ ਐਂਡ ਇਨ ਮਾਡਰਨ ਡੇ ਇਟਸ ਪ੍ਰੈਜ਼ੈਂਟਿੰਗ ਇਟਸੈਲਫ ਵਿਦ voting restrictions in some of these states still and so there's a whole host of things I think it's a little bit more than just ਕਿ ਤੁਸੀਂ ਗੋਰਿਆਂ ਨੂੰ blame ਕਰ ਰਹੇ ਹੋ ਪੂਰੀ society I am a product of public schooling in Virginia ਹਾਂਜੀ be it middle school or high school. So I definitely read about those things. I studied those in my social studies and American history classes, and that is not what is being indoctrinated right now. Ji. And critical race theory is just one part of the education system's failure. Ji. The other thing is our pornographic books that are available in library. Ji. And the third thing is ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਸਾਡਾ ਅੱਜ ਤੱਕ ਜ਼ੋਰ ਲੱਗਿਆ ਰਿਹਾ ਹੈ ਖਾਸ ਕਰ ਮੈਂ ਬ੍ਰਾਊਨ ਸਕਿਨ ਆਪਣੇ ਦੇਸੀਆਂ ਦੀ ਗੱਲ ਕਰਦਾ ਆ ਕਿ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਬਹੁਤ ਸਾਰੇ ਜਿਹੜੇ ਮਾਂ-ਬਾਪ ਨੇ ਆਪਣੀਆਂ ਅੱਛੀਆਂ ਜੌਬਸ ਸਾਊਥ ਏਸ਼ੀਆ ਦੇ ਵਿੱਚ ਛੱਡ ਕੇ ਉਹ ਚਾਹੇ ਪਾਕਿਸਤਾਨੀ ਨੇ ਇੰਡੀਅਨ ਨੇ ਬੰਗਲਾਦੇਸ਼ੀ ਨੇ ਆਪਣੇ ਬਹੁਤ ਸਾਰਾ ਧਨ ਛੱਡ ਕੇ ਉਹ ਬੱਚਿਆਂ ਦੇ ਫਿਊਚਰ ਦੇ ਲਈ ਇੱਥੇ ਆਉਂਦੇ ਨੇ ਕਿ ਇੱਥੇ ਐਜੂਕੇਸ਼ਨ ਜਿਹੜੀ ਹੈ ਉਹ ਜ਼ਿਆਦਾ ਵਧੀਆ ਹੈ ਇੱਥੇ ਇਕੁਅਲ ਆਪਰਚੂਨਿਟੀ ਮਿਲਦੀ ਹੈ ਇਹ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਅਸੀਂ ਇਸੇ ਕਰਕੇ ਇੱਥੇ ਆਏ ਆ ਔਰ ਅਸੀਂ ਬਹੁਤ ਸਕਸੈਸਫੁਲ ਵੀ ਹੋਏ ਆ ਕਿਉਂਕਿ ਗਿਫਟਡ ਐਂਡ ਟੈਲੈਂਟਡ ਲੋਕ ਜਿਹੜੇ ਸੀਗੇ ਅਸੀਂ ਇਹ ਕਹਿੰਦੇ ਆ ਕਿ ਸਾਨੂੰ ਅਮਰੀਕਾ ਦੇ ਵਿੱਚ ਆਪਣੀ ਮਿਹਨਤ ਦਾ ਫਲ ਜਿਹੜਾ ਹੈ ਉਹ ਮਿਲਦਾ ਆ ਮਿਹਨਤ ਦਾ ਮੁੱਲ ਪੂਰਾ ਮਿਲਦਾ ਆ ਸੋ ਇਦਾਂ ਹੀ ਸਾਡੀ ਐਜੂਕੇਸ਼ਨ ਸਿਸਟਮ ਜਿਹੜਾ ਆ ਸਾਡੇ ਬੱਚੇ ਇੱਥੇ ਜੰਮ ਪੜ ਕੇ ਸਕਸੈਸਫੁਲ ਹੋਏ ਨੇ ਜਾਂ ਮੇਰੇ ਵਰਗੇ ਜਿਹੜੇ ਇਮੀਗ੍ਰੈਂਟ ਨੇ ਪੰਜਾਬ ਦੇ ਜੰਪਲ ਨੇ ਇੱਥੇ ਆ ਕੇ ਬਹੁਤ ਅਸੀਂ ਮਤਲਬ ਤਰੱਕੀ ਕੀਤੀ ਆ ਐਜੂਕੇਸ਼ਨ ਸਿਸਟਮ ਦੇ ਬੇਸ ਤੇ ਕੀਤੀ ਆ ਕਿਉਂਕਿ ਮੈਰਿਟ ਬੇਸਡ ਸੀਗਾ ਸਾਡੇ ਇੱਥੇ ਗਿਫਟਡ ਐਂਡ ਟੈਲੈਂਟਡ ਮੈਗਨੇਟ ਸਕੂਲ ਹੈ ਥਾਮਸ ਜੈਫਰਸਨ ਉਹਦੇ ਵਿੱਚ 90 ਤੋਂ ਉੱਪਰ ਜਿਹੜੇ ਸੀਗੇ ਉਹ ਏਸ਼ੀਅਨ ਸੀਗੇ ਜਦੋਂ ਤੱਕ ਮੈਰਿਟ ਬੇਸਡ ਰਿਹਾ But guess what they said? They said it's not that it's not diverse, but it's not the right kind of diversity. ਜੀ ਕਹਿੰਦੇ ਕਿ ਇਹ ਜਿਹੜੇ ਇੱਕੋ ਕਿਸਮ ਦੇ ਨੇ ਏਸ਼ੀਅਨ ਹਾਲਾਂਕਿ ਏਸ਼ੀਆ ਸਭ ਤੋਂ ਵੱਡਾ ਕੰਟੀਨੈਂਟ ਹੈ ਤੁਸੀਂ ਪੰਜਾਬ ਵਾਲੇ ਨੂੰ ਮੱਧ ਪ੍ਰਦੇਸ਼ ਵਾਲੇ ਨਾਲ ਲੈ ਲਓ ਉਹਨੂੰ ਤਾਮਿਲਨਾਡੂ ਵਾਲੇ ਨਾਲ ਲੈ ਲਓ ਭਾਵੇਂ ਕਹਿੰਦੇ ਇੰਡੀਅਨ origin ਨੇ ਪਰ ਅਸੀਂ ਆਪਸ ਚ ਮੇਲ ਨਹੀਂ ਖਾਂਦੇ we are diverse. So in fact, we are the ones who are being discriminated. This is Asian very, very interesting merit based. जी बिल्कुल पवन जी this is a very interesting thing not to conversation ਨੂੰ ਬਿਲਕੁਲ ਦੂਜੇ ਪਾਸੇ ਨਹੀਂ ਮੈਂ ਲੈ ਕੇ ਜਾਣਾ ਚਾਹੁੰਦੀ but I have to say one thing I recently read something about Harvard University Ivy League ਦੁਨੀਆ ਦੇ ਵਿੱਚ ਮੰਨਿਆ ਜਾਂਦਾ ਸਕੂਲ ਹੈ ਉਹਦੇ ਵਿੱਚ ਇੱਕ ਇਹ ਡੇਟਾ ਪੁਆਇੰਟ ਨਿਕਲਿਆ ਸੀ ਕਿ ਉੱਥੇ ਜੋ ਵਾਈਟ ਪੋਪੂਲੇਸ਼ਨ ਹੈਗੀ 43% of them ਉਹਨਾਂ ਨੂੰ ਐਡਮਿਸ਼ਨ ਸਿਰਫ ਇਸ ਕਰਕੇ ਮਿਲੀ ਹੈ not because of their merits but because ਉਹ ਕਿਸੇ ਨੂੰ ਜਾਣਦੇ ਸੀ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਡੋਨੇਸ਼ਨਸ ਹੋਈਆਂ so this goes both ways ਕਿ ਗੋਰਿਆਂ ਨੂੰ ਕੀ ਜ਼ਿਆਦਾ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ ਭਾਵੇਂ ਉਹਨਾਂ ਦਾ ਵੀ ਮੈਰਿਟ ਨਹੀਂ ਹੈਗਾ but anyways not to get distracted I want to talk about money ਇਸ ਰੇਸ ਦੇ ਵਿੱਚ ਕੀ ਰੋਲ ਸੀਗਾ ਪੈਸੇ ਦਾ ਹਰ ਇੱਕ ਪੋਲੀਟੀਕਲ ਰੇਸ ਦੇ ਵਿੱਚ ਪੈਸੇ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਪੈਸੇ ਤੋਂ ਬਗੈਰ ਕੁਝ ਨਹੀਂ ਚੱਲ ਸਕਦਾ ਰਾਈਟ and in this race there was some unique numbers ਜੋ ਮੈਂ ਵਿਊਅਰਸ ਨਾਲ ਸ਼ੇਅਰ ਕਰਨਾ ਚਾਹੁੰਦੀ ਤੁਹਾਡੇ ਵਿਚਾਰ ਹੋਏ ਤੇ ਲੈਣਾ ਚਾਹੁੰਦੀ ਪਵਨ ਜੀ ਪਲੀਜ਼ ਫੋਨ ਨੂੰ ਡਿਸਕਨੈਕਟ ਨਾ ਹੋਣ ਦਿਓ ਦਵਿੰਦਰ ਜੀ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਵਿਊਅਰਸ ਤੁਸੀਂ ਵੀ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ ਤੁਸੀਂ ਵੇਖ ਰਹੇ ਹੋ ਲਾਈਵ ਪ੍ਰੋਗਰਾਮ ਅੱਜ ਦਾ ਮੁੱਦਾ ਸਾਡੇ ਨਾਲ ਜੁੜੇ ਹਨ ਵਰਜੀਨੀਆ ਤੋਂ ਦਵਿੰਦਰ ਸਿੰਘ ਜੀ ਪਵਨ ਔਲਖ ਜੀ ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਇਹ ਜੋ ਸਾਡੀ ਡਿਸਕਸ਼ਨ ਚੱਲ ਰਹੀ ਹੈ ਇਹ ਮੈਨੂੰ ਬਹੁਤ ਇਹ 'ਚੋਂ ਸਿੱਖਣ ਨੂੰ ਮਿਲ ਰਿਹਾ ਬਿਕਾਜ਼ ਵਰਜੀਨੀਆ ਇੱਕ ਕਿਸਮ ਦਾ ਟੈਸਟ ਡੈਮੋਕ੍ਰੈਟਸ ਅਤੇ ਰਿਪਬਲਿਕਨਸ ਲਈ ਸੀਗਾ ਐਤਕੀ ਜੋ ਇਲੈਕਸ਼ਨ ਹੋਇਆ ਅਗਲੇ ਸਾਲ ਦੇ ਮਿਡ ਟਰਮਸ ਲਈ ਐਂਡ ਤੁਹਾਡੇ ਦੋਨਾਂ ਨਾਲ ਗੱਲ ਕਰਕੇ ਨਾ ਕਿ ਸਿਰਫ ਪਾਰਟੀ ਬਾਰੇ ਬਟ ਕੀ ਕਲਾਈਮੇਟ ਕੀ ਮਾਹੌਲ ਬਣਿਆ ਹੋਇਆ ਸਟੇਟ ਦੇ ਵਿੱਚ ਵੋਟਰਸ ਦੇ
ਦਿਮਾਗ ਦੇ ਵਿੱਚ ਉਹਦੇ ਬਾਰੇ ਸਾਨੂੰ ਸਿੱਖਣ ਨੂੰ ਮਿਲਿਆ। ਸੋ ਥੈਂਕ ਯੂ ਫॉर ਜੁਆਇਨਿੰਗ ਅਸ, ਟਾਈਮ ਕੱਢ ਕੇ ਸਾਡੇ ਨਾਲ ਜੁੜੇ। I have a couple more questions for you. ਕਲੀਅਰਲੀ ਕੁਝ ਇਹੋ ਜਿਹੇ ਵੱਡੇ ਇਸ਼ੂਜ਼ ਹਨ ਜਿਨ੍ਹਾਂ ਦੇ ਉੱਤੇ ਵੱਖ-ਵੱਖ ਪੂਰੇ ਪ੍ਰੋਗਰਾਮਸ ਹੋ ਸਕਦੇ ਆ, ਭਾਵੇਂ ਉਹ ਐਜੂਕੇਸ਼ਨ ਦੇ ਵਿੱਚ ਟਰਾਂਸਜੈਂਡਰ ਰਾਈਟਸ ਹੋਣ, ਕ੍ਰਿਟੀਕਲ ਰੇਸ ਥਿਊਰੀ ਹੋਏ, ਔਰ ਜਿਸ ਤਰ੍ਹਾਂ ਦਵਿੰਦਰ ਜੀ ਤੁਹਾਡੇ ਨਾਲ ਕਾਲਰ ਨੇ ਕਿਹਾ ਜਨਵਰੀ 6th ਦੀ ਇਹ ਔਨਗੋਇੰਗ ਇਨਵੈਸਟੀਗੇਸ਼ਨ ਨੂੰ ਲੈ ਕੇ ਕਿੱਥੇ ਤੱਕ ਰਿਪਬਲਿਕਨਸ ਦਾ ਜੋ ਇਹ ਤੇ ਰਿਐਕਸ਼ਨ ਹੋ ਰਿਹਾ, ਰਿਸਪੌਂਸ ਹੋ ਰਿਹਾ, ਉਹਨੂੰ ਲੈ ਕੇ। ਬਟ ਆਈ ਵਾਂਟ ਟੂ ਕਲੋਜ਼ ਦ ਪ੍ਰੋਗਰਾਮ ਵਿਥ ਮਨੀ। ਹਰ ਇੱਕ ਪੋਲੀਟੀਕਲ ਰੇਸ ਦੇ ਵਿੱਚ ਜੋ ਮਨੀ ਸਪੈਂਡ ਕੀਤਾ ਜਾਂਦਾ ਹੈ ਹਰ ਸਾਲ ਹਰ ਰੇਸ ਦੇ ਵਿੱਚ ਸਾਨੂੰ ਇਹ ਇਨਕਰੀਜ਼ ਇਹਦੇ ਵਿੱਚ ਇੱਕ ਬਹੁਤ ਵੱਡਾ ਵੇਖਣ ਨੂੰ ਮਿਲਦਾ ਹੈ। ਐਂਡ ਦ ਵਰਜੀਨੀਆ ਇਲੈਕਸ਼ਨ ਵਾਸ ਨੋ ਡਿਫਰੈਂਟ, ਬਟ ਦੇयर ਵਾਸ ਸਮਥਿੰਗ ਇੰਟਰਸਟਿੰਗ ਅਬਾਊਟ ਰਿਪਬਲਿਕਨ ਗਲੈਨ ਯੰਕਿਨ ਕਿ ਕਿਸ ਤਰ੍ਹਾਂ ਉਹਨਾਂ ਨੇ ਆਪ ਦੀ ਇਸ ਕੈਂਪੇਨ ਨੂੰ ਫਾਈਨੈਂਸ ਕੀਤਾ। ਗਲੈਨ ਯੰਕਿਨ ਆਫ ਕੋਰਸ ਜਿਸ ਤਰ੍ਹਾਂ ਦਵਿੰਦਰ ਜੀ ਤੁਸੀਂ ਵੀ ਕਹਿ ਰਹੇ ਸੀ, ਹੀ ਇਜ਼ ਅ ਫਰਸਟ ਟਾਈਮ ਕੰਪੀਟੀਟਰ। ਉਹ ਪ੍ਰਾਈਵੇਟ ਸੈਕਟਰ ਤੋਂ ਆਉਂਦੇ ਆ, ਬਿਜ਼ਨਸਮੈਨ ਇਨ ਦ ਫਾਈਨੈਂਸ world। उन्होंने काफ़ी तरक्की की है। इनफैक्ट फोर्ब्स मैगजीन ने एक आर्टिकल दे विच उन्हां दी जो वेल्थ हैगी, उन्हां दे पर्सनल फॉर्चून नू लगभग 440 मिलियन के करीब एस्टिमेट किया। दिस इज़ द नेट वर्थ ऑफ रिपब्लिकन गवर्नर इलैक्ट ग्लेन यंकिन, 440 मिलियन। ਇਹ ਚੋਂ लगभग उन्होंने 20 मिलियन ਆਪ ਦੀ ਇਸ ਕੈਂਪੇਨ ਦੇ ਵਿੱਚ ਯੂਜ਼ ਕੀਤਾ। ਸੋ ਮਾਈ ਸਿੰਪਲ ਕੁਐਸਚਨ ਟੂ ਯੂ ਇਜ਼ ਇਸ ਮਾਡਲ ਦੇ ਨਾਲ ਕੀ ਤੁਸੀਂ ਬਿਲੀਵ ਕਰਦੇ ਹੋ ਕਿ ਕੋਈ ਵੀ ਮਿਲੀਅਨਰ ਬਿਲੀਅਨਰ ਉੱਠ ਕੇ ਕਹੇ ਮੈਂ ਇਲੈਕਸ਼ਨ ਦੇ ਵਿੱਚ ਕੰਪੀਟ ਕਰਨਾ ਹੈ, ਮੈਂ ਆਪ ਦਾ ਪੈਸਾ ਇਹਦੇ ਵਿੱਚ ਇਸਤੇਮਾਲ ਕਰਾਂ? Do you feel that that is okay in a democracy that ਇਹਦੇ ਨਾਲ ਜੋ ਲੋਕੀ ਕੰਟਰੀਬਿਊਟ ਕਰਦੇ ਆ ਇੱਕ ਕੈਂਡੀਡੇਟ ਲਈ, ਆਪਣੀ ਪਸੰਦ ਦੇ ਕੈਂਡੀਡੇਟ ਲਈ ਉਹ ਕੰਟਰੀਬਿਊਟ ਕਰਦੇ ਆ, ਫੰਡ ਰੇਜ਼ ਕਰਦੇ, ਉਹਦੇ ਵਿੱਚ ਕੋਈ ਕਨਫਲਿਕਟ ਤਾਂ ਨਹੀਂ ਹੋ ਰਿਹਾ? ਦਵਿੰਦਰ ਜੀ, ਆਲ ਸਟਾਰਟ ਵਿਥ ਯੂ। ਦੇਖੋ ਅਸ਼ਮਿਤਾ ਜੀ, ਜਿਹੜੀ ਤੁਸੀਂ ਪੈਸੇ ਦੀ ਗੱਲ ਕੀਤੀ ਹੈ, ਇਸ ਤੋਂ ਪਹਿਲਾਂ 2020 ਦੀ ਜਿਹੜੀ ਇਲੈਕਸ਼ਨ ਸੀ ਉਹਦੇ ਵਿੱਚ ਡੈਮੋਕ੍ਰੇਟ ਕੈਂਡੀਡੇਟ ਪ੍ਰਾਇਮਰੀਜ਼ ਹੀ ਸਪੈਂਡ $500 billion, ਡਿਡਨਟ ਗੋ ਐਨੀਵੇਅਰ। ਸੋ ਪੈਸੇ ਤੇ ਲੈ ਕੇ ਜਾਂਦੇ। ਗੱਲ ਆਪਾਂ ਮੈਂ ਕੁਇਕਲੀ ਪੈਸਿਆਂ ਦੀ ਰੀਅਲ ਨੰਬਰ ਦੀ ਗੱਲ ਕਰਾਂਗੇ। ਜਿਹੜੀ ਡੈਮੋਕ੍ਰੇਟ ਪਾਰਟੀ ਆ ਅੱਜ ਉਹ ਜਿਹੜੇ ਬਿਗ ਟੈਕ ਨੇ ਉਹਨਾਂ ਦੇ ਹੱਥਾਂ 'ਚ ਤੇ ਵੱਡੀਆਂ ਕੰਪਨੀਆਂ ਦੇ ਹੱਥਾਂ ਵਿੱਚ ਖੇਡ ਰਹੀ ਆ। ਉਹਦੀ ਐਗਜ਼ਾਮਪਲ ਵਰਜੀਨੀਆ 'ਚ ਮੈਂ ਕੁਇਕਲੀ ਦਿੰਨਾ, 55 ਮਿਲੀਅਨ ਟੈਰੀ ਮੈਕਾਲਫ ਰੇਜ਼ ਕਰਦਾ ਤੇ 50 ਮਿਲੀਅਨ ਅਪਰੋਕਸੀਮੇਟਲੀ ਗਲੈਨ ਜੈਨਕਿਨ ਕਰਦਾ, ਜਿਹਦੇ 'ਚ 19 ਮਿਲੀਅਨ ਨੂੰ ਆਪਣਾ ਲੋਨ ਦਿੰਦਾ। ਤੇ ਇਸ ਕਰਕੇ ਇਹਨੂੰ ਜੇ ਅੱਗੇ ਚੱਲੀਏ, ਲੈਫਟੀਨੈਂਟ ਗਵਰਨਰ ਦੇ ਵਿੱਚ 3.5 ਮਿਲੀਅਨ ਹਾਲਾ ਉਸ ਤੋਂ ਜ਼ਿਆਦਾ ਰੇਜ਼ ਕਰਦੀ ਆ। ਅਟਾਰਨੀ ਜਨਰਲ ਲਈ $2.5 ਮਿਲੀਅਨ ਜ਼ਿਆਦਾ ਡੈਮੋਕ੍ਰੇਟ ਰੇਜ਼ ਕਰਦੇ ਆ। ਉਸ ਤੋਂ ਵੀ ਅੱਗੇ ਜਿਹੜੇ ਡੈਮੋਕ੍ਰੇਟ 1 by 1 ਤੁਸੀਂ ਡੈਲੀਗੇਟ ਦੇਖੋ, ਅਪ ਟੂ 30 ਟਾਈਮਸ ਮੋਰ ਪੈਸੇ ਰੇਜ਼ ਕੀਤੇ ਉਹਨਾਂ ਨੇ ਇਲੈਕਸ਼ਨ। ਦੂਸਰੀ ਗੱਲ, ਜਿਹੜਾ ਟੈਰੀ ਮੈਕਾਲਫ ਦੀ ਜੇ ਤੁਸੀਂ ਐਨਾਲਾਈਜ਼ ਕਰੋ, 24 ਬੰਦਿਆਂ ਨੇ ਉਹਨੂੰ $2.5 ਲੱਖ ਤੋਂ ਉੱਪਰ ਡੋਨੇਸ਼ਨ ਦਿੱਤੀ ਆ, ਜਿਹਦੇ ਵਿੱਚ ਇੱਕ ਇੰਡੀਅਨ ਜੈਂਟਲਮੈਨ ਵੀ ਸ਼ਾਮਲ ਹੈਗਾ। ਪਰ ਗਲੈਨ ਜੈਨਕਿਨ ਨੂੰ ਸਿਰਫ $2.5 ਲੱਖ ਤੋਂ ਉੱਪਰ ਇੱਕ ਡੋਨੇਸ਼ਨ ਆ। ਇਹ ਤੋਂ ਤੁਸੀਂ ਅੰਦਾਜ਼ਾ ਲਾਓ। ਤੇ ਜਿਹੜੇ ਸਪੈਸ਼ਲ ਗਰੁੱਪ ਨੇ, ਸਪੈਸ਼ਲੀ ਜਿਹੜੀਆਂ ਯੂਨੀਅਨਸ ਨੇ, ਉਹ ਵੱਡੇ ਪੈਸੇ, ਇੱਕ ਪਾਸੇ ਤਾਂ ਪਲੈਨ ਪੇਰੈਂਟਹੁੱਡ ਕਹਿ ਰਹੀ ਹੈ ਸਾਨੂੰ ਫੈਡਰਲ ਪੈਸੇ ਚਾਹੀਦੇ, ਦੂਜੇ ਪਾਸੇ ਉਹ $500 million ਦੇ ਕਰੀਬ ਟੈਰੀ ਮੈਕਾਲਫ ਨੂੰ ਪੈਸੇ ਲਾ ਰਹੀ ਹੈ। ਸਾਰੀਆਂ ਟੀਚਰ ਯੂਨੀਅਨ $600,000 ਇੱਕ ਟੀਚਰ ਯੂਨੀਅਨ ਦਿੱਤਾ। ਸੋ ਇਸ ਕਰਕੇ ਜਿਹੜੇ ਡੈਮੋਕ੍ਰੇਟ ਨੇ ਉਹ ਇੱਕ ਬੜਾ ਵਧੀਆ ਪੱਤਾ ਖੇਡ ਰਹੇ ਨੇ। ਉਹ ਜਿਹੜੇ ਅਮੀਰ ਹੈਗੇ ਨੇ, ਜਸਟ ਲਾਈਕ ਜੋ ਇੰਡੀਆ ਦਾ ਪੋਲੀਟੀਕਲ ਮਾਡਲ ਹੈ ਉਹਨੂੰ ਫਾਲੋ ਕਰ ਲਿਆ ਡੈਮੋਕ੍ਰੇਟ ਪਾਰਟੀ ਨੇ। ਪੈਸੇ ਵੱਡਿਆਂ ਤੋਂ ਲਓ, ਵੋਟ ਬਣਾਉਣ ਲਈ ਥੋੜੇ ਜਿਹੇ ਥੱਲੇ ਉਹ ਜਿਹੇ ਕਰ ਦਿਓ ਜਿਨ੍ਹਾਂ ਨੂੰ ਕਹੋ ਵੀ ਅਸੀਂ ਤੁਹਾਨੂੰ ਫ੍ਰੀ ਸਾਰਾ ਕੁਝ ਦੇਵਾਂਗੇ, ਤੇ ਜਿਹੜੀ ਮਿਡਲ ਕਲਾਸ ਆ ਉਹਨੂੰ ਖਤਮ ਕਰ ਦਿਓ। ਸੋ ਇਸ ਕਰਕੇ ਜਿਹੜੀ ਮਨੀ ਹੈ ਉਹ ਵਰਜੀਨੀਆ ਦੇ ਵਿੱਚ ਐਕਟਿਵ ਫੇਲ ਹੋਈ ਆ। 30 ਟਾਈਮਸ ਮੋਰ ਮਨੀ। ਤੇ ਜਿਹੜੀ ਬ੍ਰੇਕਿੰਗ ਨਿਊਜ਼ ਹੈਗੀ ਇਸ ਵੇਲੇ, ਜਿਹੜੀ ਕਨਫਰਮ ਇਲੈਕਸ਼ਨ ਆ ਉਹਦੇ ਵਿੱਚ 50 ਡੈਲੀਗੇਟ ਰਿਪਬਲਿਕਨ ਜਿੱਤ ਚੁੱਕੇ ਆ, 48 ਡੈਮੋਕ੍ਰੇਟ ਜਿੱਤ ਚੁੱਕੇ ਆ, 2 ਹਜੇ ਟੂ ਕਲੋਜ਼ ਟੂ ਕਾਲ। ਈਵਨ ਅਗਰ 50-50 ਵੀ ਹੋ ਗਿਆ, ਵੀ ਆਰ ਵਿਨਰ, ਬਿਕਾਜ਼ ਸਾਡੇ ਕੋਲੇ ਲੈਫਟੀਨੈਂਟ ਗਵਰਨਰ ਬੈਂਸਨ ਸੀਅਰ ਹੈਗੀ, ਅਸੀਂ ਟਾਈ ਬ੍ਰੇਕ ਕਰਕੇ ਵੀ ਆਰ ਗੋਇੰਗ ਟੂ ਕੰਟਰੋਲ ਦਾ ਹਾਊਸ ਐਨੀਵੇ। ਸੋ ਜਿਹੜੇ ਪੈਸੇ ਹੈਗੇ ਨੇ ਉਹ ਕੰਮ ਨਹੀਂ ਕਰਦੇ, ਪਰ ਜਿਹੜੀ ਡੈਮੋਕ੍ਰੇਟ ਪਾਰਟੀ ਆ ਇਹਨਾਂ ਨੇ ਬੜਾ ਵਧੀਆ ਲੋਕਾਂ ਨੂੰ
ਮੈਂ ਸਿੱਧੀ ਪੰਜਾਬੀ ਬੇਵਕੂਫ I understand ਕਿ ਤੁਸੀਂ ਕੀ ਕਹਿ ਰਹੇ ਹੋ ਦਵਿੰਦਰ ਜੀ, but somewhere ਕਿ it doesn't sit right ਕਿ ਭਾਵੇਂ individuals ਹੋਣ ਜਾਂ entities ਹੋਣ, organizations ਹੋਣ, ਉਹ donate ਕਰ ਰਹੇ ਪੈਸੇ ਇੱਕ candidate ਨੂੰ because ਉਹਨਾਂ ਨੂੰ ਫਾਇਦਾ ਹੋਏਗਾ ਉਸ candidate, like Planned Parenthood, of course abortion ਇੱਕ ਬਹੁਤ ਵੱਡਾ issue ਸੀਗਾ. Planned Parenthood would donate to Terry McAuliffe, Democrat, because ਉਹ ਉਹਨਾਂ ਦੇ ਹੱਕ ਦੀ ਗੱਲ ਰੱਖਦੇ, but it doesn't sit right ਕਿ ਕੋਈ ਵੀ candidate ਆਪ ਦੇ ਪੈਸੇ ਦੇ ਨਾਲ ਹੀ election ਨੂੰ ਇੱਕ ਕਿਸਮ ਦਾ ਖਰੀਦ ਸਕਦਾ because Glenn Youngkin spent a lot of money on ads and top-notch consultants, right? But unfortunately, Davinder ji, I'm sorry, time ज़्यादा नहीं लगे. I want to close with Pavan Aulak ji. Pavan Aulak ji, in closing, Glenn Youngkin ਨੇ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਟਰੰਪ ਦੇ ਸਪੋਰਟਰ ਸੀ, ਉਹਨਾਂ ਨੂੰ ਵੀ ਨਾਲ ਜੋੜਿਆ ਤੇ ਉਹਨਾਂ ਨੂੰ ਵੀ ਨਾਲ ਜੋੜਿਆ ਜੋ ਟਰੰਪ ਦੇ ਸ਼ਾਇਦ ਨਹੀਂ ਟਰੰਪ ਨੂੰ ਸਪੋਰਟ ਕਰੇ ਸੀ, ਪ੍ਰੈਜ਼ੀਡੈਂਟ ਟਰੰਪ ਨੂੰ. ਬਟ Glenn Youngkin formerly ਇੱਕ ਬਹੁਤ ਹੀ opposite character ਰਹੇ. In fact ਉਹਨਾਂ ਨੇ ਪੈਸੇ donate ਕੀਤੇ and I think ਦਵਿੰਦਰ ਜੀ ਸਾਡੀ last time ਵੀ ਇਹਦੇ ਬਾਰੇ ਗੱਲ ਹੋ ਰਹੀ ਸੀ to Republicans like Mitt Romney ਜੋ ਕਿ complete opposite side ਤੇ ਖੜੇ ਹੁੰਦੇ ਹੈ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ stance ਹੈਗਾ in the future, right? Because I want to talk about in closing ਕਿ ਆਉਣ ਵਾਲੇ ਸਮੇਂ ਅਸੀਂ ਕੀ expect ਕਰ ਸਕਦੇ ਹਾਂ. ਪਵਨ ਔਲਖ ਜੀ, ਕੀ ਤੁਹਾਨੂੰ ਲੱਗਦਾ ਕਿ ਇਹ ਜੋ strategy, ਇਹ ਜੋ ਸਾਜ਼ਿਸ਼ ਅਪਣਾਈ ਗਈ ਹੈ ਗਲੈਨ ਯੰਕਿਨ ਵੱਲੋਂ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਟਰੰਪ ਦੇ ਸਪੋਰਟਰਸ ਨੂੰ ਵੀ ਨਾਲ ਖਿੱਚ ਲਓ ਤੇ ਜੋ ਟਰੰਪ ਦੇ ਨਾਲ ਨਹੀਂ ਜੁੜਨਾ ਚਾਹੁੰਦੇ ਉਹਨਾਂ ਨੇ ਵੀ ਨਾਲ ਖਿੱਚ ਲਓ, ਇਸ ਸਟ੍ਰੈਟਜੀ ਨੂੰ ਕੀ ਅਗਲੇ ਸਾਲ ਦੇ ਮਿਡ ਟਰਮਸ ਲਈ ਰੈਪਲੀਕੇਟ ਕੀਤਾ ਜਾ ਸਕਦਾ ਹੈ ਬਾਕੀ ਰਿਪਬਲਿਕਨ ਪਾਰਟੀ ਵੱਲੋਂ? ਬਿਲਕੁਲ ਕਿਉਂ ਨਹੀਂ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਲੀਡਰਸ਼ਿਪ, that is leadership right there. You said it yourself. ਦੋ ਵੱਖਰੀਆਂ ਧਿਰਾਂ ਸੀਗੀਆਂ ਜੋ ਆਪਸ ਦੇ ਵਿੱਚ ਸਿਰ ਫਸਾਉਣਗੀਆਂ ਤਾਂ ਤਰੱਕੀ ਨਹੀਂ ਹੋਏਗੀ, ਨਾ ਪਾਰਟੀ ਦੀ ਤਰੱਕੀ ਹੋਏਗੀ. ਔਰ ਅਸੀਂ ਹਮੇਸ਼ਾ ਰੌਲਾ ਪਾਉਂਦੇ ਰਹਿੰਦੇ ਹਾਂ ਬਾਈਪਾਰਟੀਸਨਸ਼ਿਪ ਲੈਣਾ ਆ ਤੇ ਇਹੋ ਜਿਹੇ ਸਾਨੂੰ ਕੈਂਡੀਡੇਟ ਜਿਹੜੇ ਹੋਰ ਚਾਹੀਦੇ ਨੇ ਜਿਹੜੇ ਨਾ ਕਿ ਕਰੀਅਰ ਪੋਲੀਟੀਸ਼ੀਅਨਸ ਨੇ, ਇਹ ਸਵਾਂਪ ਕ੍ਰੀਚਰਸ ਨਹੀਂ ਹੈਗੇ ਕਿ ਜਿਹੜਾ ਚੰਗਾ ਲੱਗਿਆ ਉਹੀ ਗੱਲ ਕਹਿ ਦਿਓ. They has Glenn Youngkin has shown true leadership. He has really said it. I mean, whatever he has said, he has proven it. ਕਿ ਸਾਨੂੰ ਜਿਹੜਾ ਵਰਜੀਨੀਆ ਆ ਉਹਦਾ ਫੋਕਸ ਰਿਹਾ ਵਰਜੀਨੀਆ ਤੇ. ਬਾਰ-ਬਾਰ ਜਿਹੜਾ ਡੈਮੋਕ੍ਰੇਟ ਪਾਰਟੀ ਦਾ ਜਾਂ ਟੈਰੀ ਮਕੌਲਫ ਦਾ ਫੋਕਸ ਸੀਗਾ ਉਹ ਨੈਸ਼ਨਲ ਇਲੈਕਸ਼ਨ ਤੇ ਸੀਗਾ. ਉਹ ਚਾਹੇ ਡਿਸਟਰੈਕਟ ਕਰਨ ਲਈ ਜਨਵਰੀ 6th ਕਰ ਲਓ, ਉਹ ਚਾਹੇ ਸ਼ਾਰਲਟਸਵਿਲ ਵਾਲਾ ਜਿਹੜਾ ਸੀਗਾ ਉਹ ਕਰ ਲਓ, ਜਿਹੜਾ ਲਿੰਕਨ ਪ੍ਰੋਜੈਕਟਸ ਵਾਲਿਆਂ ਨੇ ਇੱਕ ਡਰਾਮਾ ਜਿਹਾ ਖੇਡਿਆ ਸੀਗਾ, ਉਹ ਟੀਕੀ ਟੋਰਚਸ ਲਿਆ ਕੇ ਤੇ 4-5 ਬੰਦੇ ਜਿਹੜੇ ਸੀਗੇ ਖੈਕੀ ਪੈਂਟਾ ਪਵਾ ਕੇ ਉਹ ਮਤਲਬ ਉਹ ਸਾਰੀਆਂ ਚੀਜ਼ਾਂ ਫੇਲ ਹੋਈਆਂ. ਫੇਲ ਕਿਉਂ ਹੋਈਆਂ? ਕਿਉਂਕਿ ਮੈਂ ਬਾਰ-ਬਾਰ ਕਹਿ ਰਿਹਾ ਵਰਜੀਨੀਆ ਦੇ ਵੋਟਰ ਮਾਡਰੇਟ ਨੇ, educated ਨੇ, they're so close to DC, they can literally just smell what's going on in DC, but they did not focus on that. They focused on their constitutional rights, which is the federal system, which is ਕਿ ਸਾਨੂੰ national government ਤੋਂ ਕੀ ਕਰਾਉਣਾ ਹੈ ਔਰ ਅਸੀਂ local government ਤੋਂ ਕੀ ਕਰਾਉਣਾ, ਔਰ ਉਹਨਾਂ ਦੋਵਾਂ ਨੂੰ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ. ਪਵਨ ਜੀ ਤੁਹਾਡੀ ਆਵਾਜ਼ ਕੱਟ ਹੋਈ ਹੈ. ਪਵਨ ਜੀ, something happened with the audio. In any case, we're already over time, but clearly is ਮੁੱਦੇ ਤੇ ਅਸੀਂ ਹੋਰ programs ਕਰ ਸਕਦੇ ਹਾਂ and I would love to have both of you back. ਬਹੁਤ ਹੀ interesting ਤੁਸੀਂ conversation ਅੱਜ ਸਾਡੇ ਨਾਲ ਰੱਖੀ, ਬਹੁਤ ਜਾਣਕਾਰੀ share ਕੀਤੀ. Thank you so much again for your time. Davinder Singh ji, Republican strategist, Pavan Aulak ji, RNC member from the 11th district in Virginia, Republican commentator. Thank you so much. ਜ਼ਰੂਰ ਸਾਡੇ ਨਾਲ ਫਿਰ ਆ ਕੇ ਜੁੜੋ ਇਨ ਮੁੱਦਿਆਂ ਤੇ ਹੋਰ Republican ਮੁੱਦਿਆਂ ਤੇ ਤੁਹਾਨੂੰ ਵਾਪਸ ਸੱਦਾਂਗੇ. Have a good rest of your night. ਸਤਿ ਸ਼੍ਰੀ ਅਕਾਲ. Still don't have your audio. Anyways, ਇਸ ਪ੍ਰੋਗਰਾਮ ਨੂੰ ਲੈ ਕੇ of course ਅਸੀਂ ਪਿਛਲੇ ਹਫਤੇ ਦੀ ਇਲੈਕਸ਼ਨ ਦੀ ਗੱਲ ਕੀਤੀ, but once again ਇਸ ਇਲੈਕਸ਼ਨ ਤੋਂ ਅਸੀਂ ਕੀ ਕੁਝ ਸਿੱਖ ਸਕਦੇ ਹਾਂ ਅਗਲੇ ਸਾਲ ਲਈ. I think ਜੋ ਸਭ ਤੋਂ ਵੱਡਾ ਇੱਥੇ ਲੈਸਨ ਇਹੀ ਬਣਦਾ ਹੈ ਕਿ ਕਿਸ ਤਰ੍ਹਾਂ ਗਲੈਨ ਯੰਕਿਨ ਨੇ ਇੱਕ ਬਹੁਤ ਹੀ ਐਕਸਪਰਟ ਤਰੀਕੇ ਦੇ ਨਾਲ, ਜਿਸ ਤਰ੍ਹਾਂ ਪਵਨ ਜੀ ਡਿਸਕ੍ਰਾਈਬ ਕਰ ਰਹੇ ਸੀ, ਦੋ ਇਹੋ ਜਿਹੇ ਸਾਈਡਸ ਨੂੰ ਜੋੜਿਆ. ਇੱਕ ਪਾਸੇ ਉਹ ਰਿਪਬਲਿਕਨਸ ਜੋ ਟ੍ਰੈਡੀਸ਼ਨਲ ਆਪਣੇ ਆਪ ਨੂੰ ਰਿਪਬਲਿਕਨ ਮੰਨਦੇ ਆ, ਪ੍ਰੈਜ਼ੀਡੈਂਟ ਟਰੰਪ ਵਰਗੀ ਪਾਲਿਸੀਜ਼ ਨੂੰ ਨਹੀਂ ਜ਼ਿਆਦਾ ਸਪੋਰਟ ਕਰਦੇ, ਇਨਫੈਕਟ ਪ੍ਰੈਜ਼ੀਡੈਂਟ ਟਰੰਪ ਨੂੰ ਨਹੀਂ ਉਹਨਾਂ ਨੇ ਸਪੋਰਟ ਕੀਤਾ, ਉਹਨਾਂ ਨੂੰ ਵੀ ਨਾਲ ਜੋੜਿਆ ਤੇ ਉਹਨਾਂ ਨੂੰ ਤਾਂ ਆਫ ਕੋਰਸ ਜੋੜ ਹੀ ਲਿਆ ਜੋ ਪ੍ਰੈਜ਼ੀਡੈਂਟ ਟਰੰਪ ਦੇ ਡਟ ਕੇ ਸਪੋਰਟਰਸ ਬਣੇ ਹੋਏ, ਭਾਵੇਂ ਗਲੈਨ ਯੰਕਿਨ ਖੁਦ ਇੱਕ ਟਿਪੀਕਲ ਟਰੰਪ ਰਿਪਬਲਿਕਨ ਨਹੀਂ ਹੈਗੇ. ਦਿਸ ਵਿਲ ਬੀ ਅ ਵੈਰੀ ਇੰਟਰਸਟਿੰਗ, ਇਹ ਜੋ ਕੰਬੀਨੇਸ਼ਨ ਹੈਗਾ ਇਹ ਬਹੁਤ ਇੱਕ ਇੰਟਰਸਟਿੰਗ ਕੰਬੀਨੇਸ਼ਨ, ਬਹੁਤ ਇੰਪੋਰਟੈਂਟ ਕੰਬੀਨੇਸ਼ਨ ਅਗਲੇ ਸਾਲ ਦੇ ਮਿਡ ਟਰਮਸ ਲਈ. ਅਸੀਂ ਵੇਖਾਂਗੇ ਕਿਸ ਤਰ੍ਹਾਂ ਇਹ ਪਲੇ ਆਊਟ ਹੁੰਦਾ. ਸਾਡੇ ਅੱਜ ਦੇ ਪ੍ਰੋਗਰਾਮ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com. ਹੁਣ ਮੈਨੂੰ ਦਿਓ ਇਜਾਜ਼ਤ. ਸਤਿ ਸ਼੍ਰੀ ਅਕਾਲ.